सो सतगुर माहे समाना। एह बाणी जो जियों जाने, तिस अंतर रवे हर नामा। बाणी गुरु गुरु है बाणी, विच बाणी अमृत सारे। गुर बाणी कहे सेवक जन माने, पर तख गुरु निस्तारे। बाणी बिरलो विचार सी, जे को गुरमुख होए। एह बाणी महापुरख की, निज घर वासा होए। श्री राग महला पहला। त्रिग जीवन दुहागणी, मुट्ठी दूजे पाए। कल्लर केरी कंद ज्यों, अहनस कर टह पाए। बिन शब्द सुख ना थिए, फिर बिन दुख न जाए। मुंदे फिर बिन क्या श्रृंगार, दार कर टोई नाल है। दरगा झूठ खुआर रहाओ। आप सुजान न भुलई, सच्चा वड किरसान। पहला तरती साधक, सच नाम दे दान। नौ निध उपजै नाम एक, कर्म पवै निशान। गुर का जान ना जानै, क्या तिस चज आचार। अंधुल नाम विसारिया,
मन मुख अंध गुबार आवण जान ना चुकई मार जन्म होए खुआर चंदन मोल अणाया कुंगू मांग संदूर चोवा चंदन बहुकणा पाना नाल कपूर जे धन कंत न पावई ता सब अडंबर कूड़ सब रस भोगन बाद है सब श्रृंगार विकार जब लग शब्द न पेदिय क्यों सो है गुरुद्वार नानक तन सुहागणी जिन शह नाल प्यार नानक तन सुहागणी जिन शह नाल प्यार वाहिगुरु जी का खालसा वाहिगुरु जी की फतेह। ये पावन शब्द जो श्री राग अंदर जगत गुरु गुरु नानक साहब महाराज जी दे पवित्र मुख तो उच्चारण होया श्री गुरु ग्रंथ साहिब पातशाह महाराज जी दे 18-19 अंग ते दर्ज है। इस पावन शब्द की विचार भाई बलविंदर सिंह जी देहरादून वाले आप जी नूं सरवण करवाउणगे। एक दिन का उन्होंने समा है साढ़े पास। प्रबंधक सेवादार वालों भाई साहब जी का धन्यवाद। 8वें पातशाह बाला प्रीतम सतगुरु जिस डिठै सब दुख जाए इन्हां अजमतां वडियाइयां दे मालक सतगुरु गुरु हरकृष्ण साहब महाराज जी का पावन पवित्र प्रकाश गुरपुरब 22 तरीक नूं है। गुरुद्वारा रकाबगंज साहब भाई लखी शाह वणजारा हाल अंदर विशेष तौर पर मनाया जाएगा। 20 तरीक शाम नूं सोदर दे पाठ तो लैके रात 12 बजे तक बंगला साहब सरोवर की परिक्रमा दे विच विशेष कीर्तन समागम होणगे। 21 तरीक शाम के समागम सीसगंज साहब होने हैं। 20, 21 ते 22 3 दिन विशेष दीपमाला बंगला साहब होएगी। ये सेवा गुरुद्वारा टकाना साहब जी के मुख सेवादार दास अमृतपाल सिंह जी होरा ने महंत हरबंस सिंह जी की याद विच प्राप्त की है, क्योंकि वो मानते हैं कि टकाना साहब बंगला साहब का वरसाया होया बख्शिया होया स्थान है। सो
ਬਹੁਤ ਸਾਰੀਆਂ ਸੇਵਾਵਾਂ, ਕੋਈ ਪਰਿਵਾਰ ਕਾਰਪੈਟ ਦੀ ਸੇਵਾ ਕਰ ਰਿਹਾ ਹੈ, ਕੋਈ ਲਾਈਟਿੰਗ ਦੀ ਕਰ ਰਿਹਾ ਹੈ, ਕੋਈ ਸਾਰੇ ਗੁਰਦੁਆਰੇ ਦੇ ਸਾਈਨ ਬੋਰਡ ਨਵੇਂ ਲਵਾ ਰਿਹਾ ਹੈ, ਕੋਈ ਛੱਤ ਦੀ ਰੰਗ ਰੋਗਨ ਵਾਲਪੇਪਰ ਦੀ ਸੇਵਾ, ਕਿਉਂਕਿ ਫਾਲ ਸੀਲਿੰਗ ਹੋਈ ਨੂੰ ਕਈ ਸਾਲ ਹੋ ਗਏ ਸਨ, ਕੋਈ ਬਾਹਰ ਜੋ ਪੈਸੇਜ ਹੈ, ਸ਼ੈੱਡ ਹੈ, ਉਹਦੀ ਸੇਵਾ ਲੈ ਰਿਹਾ ਹੈ। ਸੋ ਗੁਰੂ ਦਾ ਗੁਰਪੁਰਬ ਮਨਾਉਣ ਵਾਸਤੇ ਆਪਾਂ ਵੀ ਆਪਣੇ ਪਰਿਵਾਰ ਵੱਲੋਂ ਸੇਵਾ ਲੈ ਸਕਦੇ ਹਾਂ, ਪਰ ਸੜਕਾਂ 'ਤੇ ਖਲੋ ਕੇ ਅਸੀਂ ਐਸਾ ਖਲਾਰਾ ਨਾ ਪਾਈਏ ਕਿ ਉਹਦੇ ਵਿੱਚ ਮੇਰੇ ਚਾਵਲ ਤੁਹਾਡੇ ਰਾਜਮਾਂ, ਮੇਰਾ ਲੰਗਰ ਤੇਰਾ ਲੰਗਰ। ਆਓ ਯਤਨ ਕਰੀਏ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਹੀ ਲੰਗਰ ਹੋਵੇ, ਸਾਰੀਆਂ ਨਿਆਮਤਾਂ ਲੰਗਰ ਵਿੱਚ ਬਣ। ਆਪ ਅੱਗੇ ਆਓ, ਰਸਦ ਲੈ ਆਓ, ਆਪ ਆ ਕੇ ਹਾਜ਼ਰ ਹੋਵੋ। ਜ਼ਰੂਰਤ ਬਣੇਗੀ ਤਾਂ ਆਪਾਂ ਪ੍ਰਬੰਧਕੀ ਤੌਰ 'ਤੇ ਬਾਅਦ ਸੰਗਤ ਦੇ ਵਾਸਤੇ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕਰ ਸਕਦੇ ਹਾਂ, ਪਰ ਸੜਕਾਂ 'ਤੇ ਪੱਤੇ ਖਿਲਾਰ ਦੇਣੇ ਇਹ ਸਮਝਦਾਰੀ ਵਾਲਾ ਕਾਰਜ ਨਹੀਂ ਹੈ। ਸਾਨੂੰ ਸਮੇਂ ਨਾਲ ਤਬਦੀਲ ਹੋਣਾ ਚਾਹੀਦਾ ਹੈ। ਕੋਈ ਵੀ ਪਰਿਵਾਰ ਸੇਵਾ ਲੈਣਾ ਚਾਹਵੇ, ਪ੍ਰਬੰਧਕ ਸੇਵਾਦਾਰਾਂ ਨਾਲ ਸੰਪਰਕ ਕਰ ਸਕਦਾ ਹੈ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਅਗਲੇ ਸਮੇਂ ਲਈ ਆਪ ਜੀ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਸਾਹਿਬੇ ਕੁਲ ਆਲਮ, ਦੀਨ ਦੁਨੀ ਦੇ ਪਾਤਸ਼ਾਹ, ਹਾਲਤ ਪਲਤ ਕੇ ਰਾਖੇ, ਰਾਜਾਨ ਰਾਜ ਪਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਨਿਰੰਕਾਰ ਦਾ ਸ਼ਬਦ ਸਰੂਪ, ਹਾਜ਼ਰ ਨਾਜ਼ਰ ਗੁਰਦੇਵ, ਚਵਰ ਤਖਤ ਰਾਜ ਦੇ ਮਾਲਕ, ਸਿਰ ਸ਼ਾਹਾਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਤੇ ਸਿਆਣਿਓ ਧੀਓ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸ਼ਟਮ ਬਲਬੀਰਾ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਦਰ 'ਤੇ ਗੁਰੂ ਪੂਰੇ ਦੇ ਧੀਆਂ ਪੁੱਤਰ ਬਣ ਕੇ ਪ੍ਰਜਾ ਰੂਪ ਹੋ ਕੇ ਸਤਿਗੁਰਾਂ ਦੇ ਸੋਹਣੇ ਦਰਬਾਰ ਵਿੱਚ ਹਾਜ਼ਰੀਆਂ ਲਵਾਉਣ ਲਈ ਦੂਰ ਦੁਰਾਡਿਓਂ ਸਤਿਗੁਰਾਂ ਦੀ ਅਸੀਸ ਲੈਣ ਲਈ ਆਏ ਹਾਂ। ਇੱਕ ਇਤਿਹਾਸਕ ਵਾਰਤਾ ਤੋਂ ਅੱਜ ਦੀ ਵਿਚਾਰ ਆਰੰਭ ਕਰਾਂ। ਅਸੀਸ ਦੇਣਾ। ਸਮਰੱਥ ਗੁਰੂ ਕਲਗੀਧਰ ਪਾਤਸ਼ਾਹ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦਰਬਾਰ ਸਜਿਆ ਹੈ। ਸਤਿਗੁਰੂ ਸਿੰਘਾਸਨ ਤੇ ਜਲਵਾਗਾਰ ਨੇ। ਸੰਗਤਾਂ ਦੂਰ ਦੁਰਾਡਿਓਂ ਆਈਆਂ ਨੇ
ਸਤਿਗੁਰਾਂ ਦੇ ਚਰਨ ਪਰਸ ਕੇ ਦੀਦਾਰ ਕਰਕੇ ਨਿਹਾਲ ਹੋ ਰਹੀਆਂ ਨੇ। ਅੱਜ ਇੱਕ ਐਸੀ ਖੇਡ ਵਾਪਰੀ, ਇੱਕ ਰਿਛ ਵਾਲਾ ਮਹਾਰਾਜ ਦੇ ਦਰਬਾਰ ਦੇ ਵਿੱਚ ਰਿਛ ਨੂੰ ਨਾਲ ਲੈ ਕੇ ਹਾਜ਼ਰ ਹੋਇਆ। ਸਤਿਗੁਰਾਂ ਨੂੰ ਨਮਸਕਾਰ ਕੀਤੀ, ਰਿਛ ਵੀ ਸਿਖਾਇਆ ਸੀ। ਰਿਛ ਨੇ ਵੀ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਮੁਸਕਰਾਏ ਤੇ ਉਹ ਜਿਹੜਾ ਮਦਾਰੀ ਸੀ ਨਾ ਰਿਛ ਵਾਲਾ, ਆਖਣ ਲੱਗਾ ਜੀ ਸਤਿਗੁਰੂ ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਇਸ ਰਿਛ ਦੇ ਕੁਝ ਕਰਤੱਵ ਵਿਖਾਵਾਂ, ਤੁਹਾਡੀ ਖੁਸ਼ੀ ਪ੍ਰਾਪਤ ਕਰ ਸਕਾਂ। ਮਹਾਰਾਜ ਨੇ ਬੜੇ ਪਿਆਰ ਦੇ ਨਾਲ ਮੁਸਕਰਾ ਕੇ ਇਜਾਜ਼ਤ ਦਿੱਤੀ। ਹੁਣ ਰਿਛ ਜਿਹੜਾ ਸੀ ਉਹ ਮਦਾਰੀ ਦਾ ਸਿਖਲਾਇਆ ਸੀ, ਕਈ ਪ੍ਰਕਾਰ ਦੇ ਕਰਤੱਵ ਕਰਨ ਲੱਗਾ। ਸਿੱਖ ਵੀ ਹੱਸਣ ਲੱਗੇ, ਸਤਿਗੁਰੂ ਵੀ ਪ੍ਰਸੰਨ ਹੋਏ। ਜਿਹੜਾ ਸਤਿਗੁਰਾਂ ਦੇ ਚਵਰ ਦੀ ਸੇਵਾ ਕਰ ਰਿਹਾ ਸੀ ਨਾ, ਜੋ ਸਤਿਗੁਰਾਂ ਦੇ ਸੀਸ ਤੇ ਚਵਰ ਝੁਲਾ ਰਿਹਾ ਸੀ, ਇਤਿਹਾਸਕਾਰਾਂ ਨੇ ਉਹਦਾ ਨਾਂ ਦਰਜ ਕੀਤਾ ਭਾਈ ਕਿਰਤੀਆ। ਰਿਛ ਦੇ ਕਰਤੱਵ ਵੇਖ ਕੇ ਭਾਈ ਕਿਰਤੀਆ ਵੀ ਹੱਸਣ ਲੱਗਾ। ਜਦੋਂ ਉਹ ਖਿੜਖਿੜਾ ਕੇ ਹੱਸਿਆ ਨਾ, ਤੇ ਕਲਗੀਧਰ ਪਾਤਸ਼ਾਹ ਨੇ ਭਾਈ ਕਿਰਤੀਏ ਵੱਲ ਆਪਣੀ ਕਿਰਪਾ ਦ੍ਰਿਸ਼ਟ ਪਾ ਕੇ ਕਿਹਾ, ਭਾਈ ਕਿਰਤੀਆ ਤੂੰ ਨਾ ਹੱਸ। ਹੈਰਾਨ ਹੋਇਆ ਜੀ, ਸਾਰੇ ਸਿੱਖ ਰਿਛ ਦੇ ਕਰਤੱਵ ਵੇਖ ਪਏ ਹੱਸਦੇ ਨੇ, ਪ੍ਰਸੰਨ ਹੁੰਦੇ ਨੇ। ਸਤਿਗੁਰਾਂ ਨੇ ਮੈਨੂੰ ਕਿਉਂ ਰੋਕਿਆ? ਹੁਣ ਮਹਾਰਾਜ ਅੰਦਰ ਦਾ ਸਵਾਲ ਬੁੱਝ ਗਏ। ਆਖਣ ਲੱਗੇ ਭਾਈ ਕਿਰਤੀਆ, ਇਹ ਸਾਰੇ ਸਿੱਖ ਜਿਹੜੇ ਰਿਛ ਦਾ ਤਮਾਸ਼ਾ ਪਏ ਵੇਖਦੇ ਨੇ ਨਾ, ਇਹਨਾਂ ਲਈ ਇਹ ਕੇਵਲ ਰਿਛ ਹੈ, ਪਰ ਤੈਨੂੰ ਅਸੀਂ ਤਾਂ ਹੱਸਣ ਤੋਂ ਵਰਜਿਆ ਕਿਉਂਕਿ ਇਹ ਹੋਰ ਕੋਈ ਨਹੀਂ, ਤੇਰਾ ਪਿਤਾ ਸੋਭਾ ਰਾਮ ਹੈ। ਜਦੋਂ ਭਾਈ ਕਿਰਤੀ ਨੇ ਇਹ ਬਚਨ ਸੁਣੇ ਨਾ ਮਹਾਰਾਜ ਦੀ ਰਸਨਾ ਤੋਂ, ਤੇ ਚਵਰ ਜਿਹੜੀ ਸੀ ਉਹ ਢਿੱਲੀ ਪੈ ਗਈ। ਅੰਦਰ ਇੱਕ ਸਵਾਲ ਪੈਦਾ ਹੋ ਗਿਆ, ਮੇਰਾ ਪਿਤਾ ਸੋਭਾ ਰਾਮ ਜਿਨੇ ਤਾਂ ਜ਼ਿੰਦਗੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਕੀਤੀ, ਇੱਕ ਰਿਛ ਦੀ ਜੂਨ ਵਿੱਚ। ਸਾਧ ਸੰਗਤ ਜੀ, ਇਹਨਾਂ ਸਾਖੀਆਂ ਤੋਂ ਅਸਾਂ ਕੁਝ ਸਿਧਾਂਤ ਲੈਣਾ ਹੁੰਦਾ ਹੈ। ਗੁਰੂ ਘਰ ਦਾ ਸਿਧਾਂਤ ਕੀ ਹੈ? ਮਹਾਰਾਜ ਨੂੰ ਪੁੱਛ ਬੈਠਾ, ਸੱਚੇ ਪਾਤਸ਼ਾਹ ਮੇਰੇ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸੇਵਾ ਬੜੀ ਕੀਤੀ ਹੈ, ਤੇ ਗੁਰੂ ਦੇ ਦਰਸ਼ਨ ਕੀਤਿਆਂ, ਗੁਰੂ ਦੀ ਸੇਵਾ ਕੀਤਿਆਂ ਜਨਮ ਮਰਨ ਦੀ ਮੈਲ ਕੱਟੀ ਜਾਂਦੀ ਏ, ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ ਗੁਰੂ ਕਾ ਸਿੱਖ, ਤੇ ਮੇਰਾ ਪਿਤਾ ਰਿਛ ਦੀ ਜੂਨ ਵਿੱਚ। ਮਹਾਰਾਜ ਨੇ ਇੱਕ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਕੋਈ ਸ਼ੱਕ ਨਹੀਂ, ਤੇਰੇ ਪਿਤਾ ਭਾਈ ਸੋਭਾ ਰਾਮ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਹੁਤ ਸੇਵਾ ਕੀਤੀ। ਇਤਿਹਾਸਕਾਰਾਂ ਨੇ ਇਸ ਸਾਖੀ ਨੂੰ ਦਰਜ ਕੀਤਾ। ਕਹਿਣ ਲੱਗੇ, ਲੰਗਰ ਦੀ ਸੇਵਾ ਕਰਦਾ ਸੀ, ਪਰ ਕਈ ਵਾਰ ਸੇਵਾ ਕਰਦਿਆਂ ਵੀ ਨਾ ਬੰਦੇ ਦੇ ਅੰਦਰ ਗੁਮਾਨ ਹੋ ਜਾਂਦਾ ਹੈ। ਹਉਮੈ ਦਾ ਛੂਛਮ ਰੂਪ, ਹਉਮੈ ਕਈ ਪ੍ਰਕਾਰ ਦੀ ਹੈ। ਅਹੰਕਾਰ ਪ੍ਰਗਟ ਹੋ ਜਾਂਦਾ, ਮੈਂ ਬੜਾ ਵੱਡਾ ਸੇਵਾਦਾਰ ਹਾਂ, ਗੁਰੂ ਸਾਹਿਬ ਤੇ ਨਿਜ ਕਰਕੇ ਮੈਨੂੰ ਪੁਕਾਰਦੇ ਨੇ, ਮੈਨੂੰ ਜਾਣਦੇ ਨੇ, ਮੈਨੂੰ ਪਿਆਰ ਬਖਸ਼ਦੇ ਨੇ। ਇਤਿਹਾਸਕਾਰ ਕਹਿੰਦੇ ਨੇ, ਇੱਕ ਦਿਹਾੜੇ ਲੰਗਰ ਪ੍ਰਸ਼ਾਦ ਪਿਆ ਵਰਤਾਂਦਾ ਸੀ, ਸੰਗਤਾਂ ਦੂਰ ਦੁਰਾਡਿਓਂ ਆਈਆਂ ਸਨ, ਸਤਿਗੁਰਾਂ ਦਾ ਹੁਕਮ ਮੰਨ ਕੇ ਲੰਗਰ ਪ੍ਰਸ਼ਾਦ ਛਕ ਰਹੀਆਂ ਸਨ, ਤੇ ਇੱਕ ਗੁਰੂ ਕਾ ਸਿੱਖ ਬਾਣੀ ਪੜਨ ਵਾਲਾ ਜੋ ਵਪਾਰੀ ਸੀ, ਦਸਾਂ ਨੌਵਾਂ ਦੀ ਕਿਰਤ ਕਰਨ ਵਾਲਾ ਸੀ, ਉਹਦੇ ਕੋਲ ਗੱਡੇ ਸਨ। ਪਹਿਲਾਂ ਜਿਹੜਾ ਟਰਾਂਸਪੋਰਟੇਸ਼ਨ ਦਾ ਜਰੀਆ ਹੁੰਦਾ ਸੀ ਨਾ, ਜੋ ਗੁਡਸ ਕੈਰੀਅਰ ਦਾ ਜਰੀਆ ਹੁੰਦਾ ਸੀ, ਉਹ ਬਹੁਤੇ ਜਾਂ ਬੈਲ ਗੱਡੇ ਹੁੰਦੇ ਸਨ, ਜਾਂ ਹੋਰ ਇਸ ਤਰ੍ਹਾਂ ਦੇ ਸਾਧਨ ਹੋਇਆ ਕਰਦੇ ਸਨ, ਜਾਂ ਲੋਕੀ ਖੱਚਰਾਂ ਤੇ ਆਪਣਾ ਮਾਲ ਢੋਇਆ ਕਰਦੇ ਸਨ। ਹੁਣ ਉਹਦੇ ਕੋਲ ਬੈਲ ਗੱਡੇ ਸਨ, ਕਤਾਰ ਨਾਲ ਤੁਰੇ ਜਾ ਰਹੇ ਨੇ। ਜਦੋਂ ਉਹਨੇ ਵੇਖਿਆ ਇੱਥੇ ਸਤਿਗੁਰਾਂ ਦਾ ਦਰਬਾਰ ਸਜਿਆ, ਲੰਗਰ ਪ੍ਰਸ਼ਾਦ, ਤੇ ਮਨ ਵਿੱਚ ਇੱਕ
ਪ੍ਰੇਮ ਆ ਗਿਆ ਵੀ ਇੱਕ ਬੁਰਕੀ ਲੰਗਰ ਦੀ ਮੈਂ ਰਸਨਾ ਨੂੰ ਲਾ ਲਵਾਂ। ਜਿੱਥੇ ਬੈਠੇ ਹੋ ਨਾ, ਇਸ ਦਰ ਦਾ ਲੰਗਰ ਜੇ ਤੇ ਸ਼ਰਧਾ ਕਰਕੇ ਛਕਾਂਗੇ ਨਾ, ਤੇ ਸਾਰੀਆਂ ਨਿਆਮਤਾਂ ਵੀ ਇਸ ਲੰਗਰ ਦੇ ਸਾਹਮਣੇ ਤੁੱਛ ਨੇ। ਲਾਲਚ ਵਿੱਚ ਨਹੀਂ ਪੈਣਾ। ਗੁਰੂ ਕਾ ਸਿੱਖ ਬੜੇ ਭਾਵਨਾ ਨਾਲ ਭਜਦਾ ਆਇਆ, ਗੱਡੇ ਤੁਰੇ ਜਾਂਦੇ ਨੇ, ਤੇ ਆ ਕੇ ਭਾਈ ਕਿਰਤੀਆ ਜਿਹੜਾ ਸਤਿਗੁਰੂ ਦਾ ਚੌਰ ਬਰਦਾਰ ਹੈ, ਉਹਦੇ ਪਿਤਾ ਭਾਈ ਸੋਭਾ ਰਾਮ ਨੂੰ ਬੇਨਤੀ ਕੀਤੀ, ਭਾਈ ਜੀ ਮੈਨੂੰ ਇੱਕ ਪ੍ਰਸ਼ਾਦਾ ਜੇ ਕਿਰਪਾ ਕਰਕੇ ਦਿਓ ਨਾ, ਤੇ ਮੈਂ ਵੀ ਗੁਰੂ ਕਾ ਲੰਗਰ ਰਸਨਾ ਨੂੰ ਲਾਵਾਂ, ਮੇਰੇ ਭਾਗ ਬਣਨ। ਤੇ ਭਾਈ ਸੋਭਾ ਰਾਮ ਨੇ ਨਾ ਥੋੜਾ ਜਿਹਾ ਤਲਖ ਬੋਲੀ ਦੇ ਵਿੱਚ ਕਹਿ ਦਿੱਤਾ ਵੀ ਪੰਗਤ ਵਿੱਚ ਬੈਠ, ਵਾਰੀ ਆਏਗੀ ਤੇ ਦਿਆਂਗਾ। 2-4 ਮਿੰਟ ਬੀਤੇ, ਕੁਝ ਪਲ ਬੀਤੇ, ਫਿਰ ਆਇਆ, ਭਾਈ ਜੀ ਮੇਰੇ ਗੱਡੇ ਤੁਰੇ ਜਾਂਦੇ ਨੇ, ਤੇ ਜੇ ਤੁਸੀਂ ਕਿਰਪਾ ਕਰਕੇ ਇੱਕ ਬੁਰਕੀ ਵੀ ਛਕਾ ਦਿਓ, ਮੈਂ ਸ਼ੁਕਰਗੁਜ਼ਾਰ ਹੋਵਾਂ ਗੁਰੂ ਤੇਗ ਬਹਾਦਰ ਸਾਹਿਬ ਦਾ। ਜਦੋਂ 2-3 ਵਾਰੀ ਬੇਨਤੀ ਕੀਤੀ ਨਾ, ਹੁਣ ਕਰ ਤੇ ਸੇਵਾ ਰਿਹਾ ਭਾਈ ਸੋਭਾ ਰਾਮ, ਪਰ ਸੇਵਾ ਕਰਦਿਆਂ ਕਿਤੇ ਅੰਦਰ ਹੰਕਾਰ ਦਾ ਕਿਣਕਾ ਪ੍ਰਗਟ ਹੋ ਗਿਆ, ਕ੍ਰੋਧ ਵਸ ਹੋ ਕੇ, ਤੇ ਉਸ ਗੁਰੂ ਕੇ ਸਿੱਖ ਨੂੰ ਕਹਿੰਦਾ ਐਵੇਂ ਹੀ ਰਿਛ ਵਾਂਗੂ ਟੱਪੀ ਜਾਣਾ, ਤੈਨੂੰ ਕਿਹਾ ਬਹਿ ਜਾ ਆਪਣੀ ਥਾਂ ਤੇ, ਜਦੋਂ ਵਾਰੀ ਆਈ ਦੇ ਦਿਆਂਗੇ। ਜਦੋਂ ਇੰਨਾ ਬਚਨ ਸੁਣਿਆ ਨਾ, ਤੇ ਗੁਰੂ ਦਾ ਸਿੱਖ ਸੀ, ਬਾਣੀ ਪੜ੍ਹਨ ਵਾਲਾ, ਪ੍ਰੇਮ ਭਾਵਨਾ ਵਾਲਾ, ਉੱਠ ਖਲੋਤਾ, ਆਖਣ ਲੱਗਾ ਭਾਈ ਜੀ ਮੈਂ ਤਾਂ ਪ੍ਰੇਮ ਨਾਲ ਲੰਗਰ ਦੀ ਇੱਕ ਬੁਰਕੀ ਮੰਗੀ ਸੀ, ਰਸਨਾ ਨੂੰ ਲਾ, ਮੇਰਾ ਭਲਾ ਹੋਏਗਾ, ਪਰ ਤੁਸਾਂ ਜਿਹੜਾ ਮੈਨੂੰ ਰਿਛ ਕਿਹਾ ਨਾ, ਇਹ ਤੁਹਾਡਾ ਕਰਮ ਬਣ ਗਿਆ। ਤੇ ਇੰਨੀ ਗੱਲ ਸਹਿਜ ਸੁਭਾਏ ਗੁਰੂ ਕੇ ਸਿੱਖ ਦੀ ਰਸਨਾ ਤੋਂ ਨਿਕਲ ਗਈ, ਇਹ ਕਰਮ ਤੁਹਾਨੂੰ ਭੁਗਤਣਾ ਪਏਗਾ। ਇਹ ਕਲਗੀਧਰ ਪਾਤਸ਼ਾਹ ਭਾਈ ਕਿਰਤੀਏ ਨੂੰ ਇਹ ਸੁਣਾ ਰਹੇ ਨੇ ਕਿ ਫਿਰ ਗੁਰੂ ਕੇ ਸਿੱਖ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਤੇਰੇ ਪਿਤਾ ਭਾਈ ਸੋਭਾ ਰਾਮ ਨੂੰ ਰਿਛ ਦੀ ਜੂਨ ਵਿੱਚ ਪੈਣਾ ਪਿਆ। ਜਿਹੜਾ ਗੁਰੂ ਕੀ ਬਾਣੀ ਪੜ੍ਹਨ ਵਾਲਾ, ਉੱਚੇ ਜੀਵਨ ਵਾਲਾ ਸਿੱਖ ਹੈ ਨਾ, ਕਦੇ ਜਾਣੇ ਅਣਜਾਣੇ ਵਿੱਚ ਵੀ, ਬਾਬਾ ਜੀ ਬਚਨ ਕਰਦੇ ਨੇ, ਘਟ ਘਟ ਮੈਂ ਹਰ ਜੂ ਬਸੇ ਸੰਤਨ ਕਯੋ ਪੁਕਾਰ, ਸਾਰਿਆਂ ਦੇ ਹਿਰਦੇ ਵਿੱਚ ਰੱਬ। ਭਗਤ ਫਰੀਦ ਜੀ ਦਾ ਬਚਨ ਚੇਤੇ ਆ ਗਿਆ। ਭਗਤ ਜੀ ਫਰਮਾਉਂਦੇ ਨੇ, ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਈ ਦਾ। ਜਿਹੜਾ ਲਹਿੰਦਾ ਪੰਜਾਬ ਹੈ ਨਾ, ਪਾਕਿਸਤਾਨ ਦੇ ਵਿੱਚ ਇੱਕ ਬੜਾ ਵੱਡਾ ਸ਼ਹਿਰ ਹੈ ਮੁਲਤਾਨ, ਇਹ ਜਿਹੜਾ ਹਿਆਉ ਲਫ਼ਜ਼ ਹੈ ਨਾ, ਹਿਆਉ ਹੀਆ ਹਿਰਦਾ, ਇਹ ਉਸ ਪਾਸੇ ਦੀ ਬੋਲੀ, ਹਿਆਉ ਨਾ ਠਾਹੇ ਕਈ ਦਾ। ਜੇ ਪਰਮਾਤਮਾ ਨੂੰ ਮਿਲਣ ਦੀ ਇੱਛਾ ਰੱਖਣਾ ਨਾ, ਤੇ ਗੁਰੂ ਕੇ ਸਿੱਖਾ ਕਦੇ ਜਾਣੇ ਅਣਜਾਣੇ ਵਿੱਚ ਵੀ ਕਿਸੇ ਦੇ ਹਿਰਦੇ ਨੂੰ ਚੋਟ ਨਾ ਮਾਰੀ, ਕਿਸੇ ਨੂੰ ਸੱਟ ਨਾ ਵਜੇ ਤੇਰੇ ਬੋਲਾਂ ਕਰਕੇ। ਤੇਰੇ ਬੋਲ ਕੈਸੇ ਹੋਣ, ਮੂੰਹੋਂ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ। ਤੇਰਾ ਬੋਲਣ ਕਿਸੇ ਦੂਜੇ ਲਈ ਬਾਲਣ ਨਾ ਬਣ ਜਾਏ। ਐਸੇ ਬੋਲ ਬੋਲ ਜਿਹੜੇ ਮਿੱਠੜੇ ਹੋਣ। ਮੇਰੇ ਬਾਬੇ ਦਾ ਸੁਭਾਅ ਹੈ ਨਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜੇ ਮੇਰਾ ਗੁਰੂ ਕੌੜਾ ਨਹੀਂ ਬੋਲਦਾ, ਤੇ ਫਿਰ ਸਾਨੂੰ ਕਿਹਨੇ ਆਗਿਆ ਦਿੱਤੀ ਕੌੜਾ ਬੋਲਣ? ਇਸ ਸਾਖੀ ਦੇ ਸਿਧਾਂਤ ਨੂੰ ਸਮਝੀਏ ਕਿ ਭਾਵੇਂ ਕਰਦਾ ਗੁਰੂ ਘਰ ਦੀ ਸੇਵਾ ਭਾਈ ਸੋਭਾ ਰਾਮ, ਲੇਕਿਨ ਇੱਕ ਕੌੜਾ ਬਚਨ ਬੋਲਣ ਕਰਕੇ ਇੱਕ ਗੁਰਸਿੱਖ ਦੀ ਖੁਸ਼ੀ ਨਹੀਂ ਲੈ ਸਕਿਆ, ਰਿਛ ਦੀ ਜੂਨ ਵਿੱਚ ਪੈਣਾ ਪਿਆ। ਜੋ ਅੱਜ ਦੀ ਇਹ ਪਾਵਨ ਸ਼ਬਦ ਦੀ ਵਿਚਾਰ ਹੈ ਨਾ, ਮੇਰੇ ਆਦਿ ਗੁਰੂ ਆਪ ਆਪੇ ਪਰਮੇਸ਼ਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ ਇਹ ਮਿੱਠੜੇ ਬੋਲ, ਜੋ ਸ੍ਰੀ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 18 ਤੇ 19 ਅੰਗ ਤੇ ਸੁਭਾਇਮਾਨ ਨੇ। ਮੇਰੇ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਦੇ ਵਿੱਚ ਫਰਮਾਉਂਦੇ ਨੇ, ਜੋ ਕਿ ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ, ਸਮੁੱਚੇ ਸ਼ਬਦ ਦਾ ਤੱਤ ਸਾਰ ਹੁੰਦਾ ਹੈ। ਜੇ ਰਹਾਉ ਦੀ ਪੰਕਤੀ ਨੂੰ ਸਮਝ ਲਈਏ ਤੇ ਸੰਪੂਰਨ ਸ਼ਬਦ ਦੀ ਵਿਚਾਰ ਉਸ ਪੰਕਤੀ ਦੇ ਆਲੇ ਦੁਆਲੇ ਘੁੰਮਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਸੇ ਗੱਲ ਨੂੰ ਸਮਝਾਉਂਦੇ ਨੇ, ਮੁੰਦੇ ਪਿਰ ਬਿਨ ਕਿਆ ਸਿੰਗਾਰ, ਦਰ ਘਰ ਢੋਈ ਨਾਲ ਹੈ, ਦਰਗਹ ਝੂਠ ਖੁਆਰ। ਰਹਾਉ
हे जीव रूपी अनजान इस्त्री मुंदे। ਇੱਥੇ ਜਦੋਂ ਜੀਵ ਰੂਪੀ ਇਸਤਰੀ ਨੂੰ ਬਾਣੀ ਦੇ ਵਿੱਚ ਸੰਬੋਧਿਤ ਕੀਤਾ ਨਾ, ਤੇ ਉਹ ਇਸਤਰੀ ਜੋ ਸੱਚ ਨੂੰ ਨਹੀਂ ਜਾਣ ਸਕੀ, ਅਜੇ ਝੂਠ ਵਿਕਾਰ ਦੇ ਵਿੱਚ ਹੀ ਖੱਚਤ ਹੋਈ ਹੈ। ਇਹ ਬਾਣੀ ਦੇ ਵਿੱਚ ਲਫ਼ਜ਼ ਕਈ ਥਾਵਾਂ 'ਤੇ ਸਤਿਗੁਰਾਂ ਨੇ ਵਰਤਿਆ। ਹੇ ਜੀਵ ਰੂਪੀ ਅਣਜਾਣ ਇਸਤਰੀ, ਸੋਹਣੇ ਪਤੀ ਪਰਮਾਤਮਾ ਦੀ ਪ੍ਰਾਪਤੀ ਦਾ ਯਤਨ ਛੱਡ ਕੇ ਜਿਹੜੇ ਕੂੜ ਸ਼ਿੰਗਾਰ ਦੇ ਵਿੱਚ ਤੂੰ ਖੱਚਤ ਹੋਈ ਹੈ, ਹੇ ਮਨੁੱਖ, ਜਿਨ੍ਹਾਂ ਕਾਰਜਾਂ ਵਿੱਚ ਤੂੰ ਲੱਗਾ ਹੈ ਨਾ, ਇਹ ਉਪਦੇਸ਼ ਸਾਡੇ ਲਈ ਹੈ। ਜਦੋਂ ਜੀਵ ਰੂਪੀ ਇਸਤਰੀ ਦਾ ਜ਼ਿਕਰ ਆਵੇ ਨਾ, ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਇੱਥੇ ਸਤਿਗੁਰਾਂ ਦੀ ਖੁਸ਼ੀ ਲੈਣ ਲਈ ਆਏ ਹਾਂ। ਆਮ ਤੌਰ 'ਤੇ ਜੇ ਝਾਤ ਪਾਈਏ ਤਾਂ ਇੱਥੇ ਦੋ ਪ੍ਰਕਾਰ ਦੇ ਜੀਵ ਨਜ਼ਰ ਆ ਰਹੇ ਨੇ, ਇੱਕ ਮੇਲ, ਇੱਕ ਫੀਮੇਲ, ਮਰਦ ਤੇ ਇਸਤਰੀ। ਲੇਕਿਨ ਗੁਰਮਤਿ ਦੀ ਦ੍ਰਿਸ਼ਟੀ ਨਾਲ ਵੇਖੀਏ ਤੇ ਅਸੀਂ ਸਾਰੇ ਜਿਤਨੇ ਵੀ ਸੰਸਾਰ ਦੇ ਜੀਵ ਹਾਂ, ਅਸੀਂ ਜੀਵ ਰੂਪੀ ਇਸਤਰੀਆਂ ਬਣ ਕੇ ਉਸ ਸੋਹਣੇ ਪ੍ਰੀਤਮ ਪਤੀ ਦੀਆਂ, ਪਰਮੇਸ਼ਵਰ ਦੀਆਂ ਖੁਸ਼ੀਆਂ ਲੈਣ ਲਈ ਜਗਤ ਵਿੱਚ ਆਏ ਹਾਂ। ਸੋ ਸਤਿਗੁਰ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਾਵਨ ਸ਼ਬਦ ਦੀ ਰਹਾਓ ਦੀ ਪੰਕਤੀ ਦੇ ਵਿੱਚ ਫਰਮਾਉਂਦੇ ਨੇ, ਹੇ ਜੀਵ ਰੂਪੀ ਅਗਿਆਨ ਇਸਤਰੀ, ਤੂੰ ਜਿਸ ਸ਼ਿੰਗਾਰ ਦੇ ਵਿੱਚ ਖੱਚਤ ਹੋਈ ਹੈ, ਇਹਦਾ ਕੋਈ ਲਾਭ ਨਹੀਂ। ਉਸ ਸੋਹਣੇ ਰੱਬ ਦੇ ਦਰ 'ਤੇ ਤੇਰੀ ਕੀਮਤ ਤਾਂ ਪਵੇਗੀ ਜਦੋਂ ਤੂੰ ਨਾਮ ਰੰਗ ਦਾ ਸ਼ਿੰਗਾਰ ਕਰੇ, ਜਦੋਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣੇ। ਦਰ ਘਰ ਢੋਈ ਨਾ ਲਹੈ, ਦਰਗਹ ਝੂਠ ਖੁਆਰ। ਜਿਹੜਾ ਤੇਰਾ ਝੂਠ ਨਾਲ ਲਬਾਲਬ ਜੀਵਨ ਹੈ, ਇਹ ਤੈਨੂੰ ਉਸ ਸੋਹਣੇ ਰੱਬ ਦੀ ਦਰਗਾਹ ਦੇ ਵਿੱਚ ਮੁੱਖ ਉਜਲਾ ਨਹੀਂ ਹੋਣ ਦੇਵੇਗਾ। ਉੱਥੇ ਤੈਨੂੰ ਥਾਂ ਪ੍ਰਾਪਤ ਨਹੀਂ ਹੋਏਗੀ, ਭਾਵ ਤੂੰ ਗੁਰੂ ਪੂਰੇ ਦੀ ਖੁਸ਼ੀਆਂ ਦਾ ਪਾਤਰ ਨਹੀਂ ਬਣ ਸਕੇਂਗੀ। ਹੁਣ ਜੇ ਇਹ ਸ਼ਿੰਗਾਰ ਸਤਿਗੁਰਾਂ ਨੇ ਵਰਜਿਆ, ਜਿਹੜਾ ਲੱਭ ਲੋਭ ਅਹੰਕਾਰ ਦਾ ਸ਼ਿੰਗਾਰ ਹੈ, ਝੂਠੇ ਸ਼ਿੰਗਾਰ ਅਸੀਂ ਕਰਨੇ ਆ, ਤੇ ਫਿਰ ਕਦੇ ਬਾਬਾ ਜੀ ਨੂੰ ਪੁੱਛੋ ਉਹ ਕਿਹੜਾ ਸ਼ਿੰਗਾਰ ਹੈ ਜਿਹਦੇ ਕੀਤਿਆਂ ਮੈਂ ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਵਾਂ, ਸੱਚੇ ਪ੍ਰੀਤਮ ਨੂੰ ਪ੍ਰਾਪਤ ਕਰ ਸਕਾਂ। ਭਗਤ ਫਰੀਦ ਜੀ ਦਾ ਬਚਨ, ਪਹਿਲੇ ਸ਼ਲੋਕ ਦੇ ਵਿੱਚ ਭਗਤ ਜੀ ਨੇ ਇੱਕ ਸਵਾਲ ਕਿਸੇ ਜੀਵ ਰੂਪੀ ਸੁਹਾਗਣ ਇਸਤਰੀ ਤੋਂ, ਕਿਸੇ ਗੁਰਮੁਖ ਤੋਂ ਪੁੱਛਿਆ। ਇੱਕ ਜੀਵ ਰੂਪੀ ਇਸਤਰੀ ਦੂਜੀ ਤੋਂ ਪੁੱਛਦੀ ਏ, ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਮੇਰੀ ਇਹ ਭੈਣੇ, ਮੈਨੂੰ ਵੀ ਦੱਸਣਾ, ਉਹ ਮੈਂ ਕੈਸਾ ਸ਼ਿੰਗਾਰ ਹੋਵੇ ਜੋ ਮੈਂ ਆਪਣੇ ਪਤੀ ਪਰਮਾਤਮਾ ਨੂੰ ਰਿਝਾ ਸਕਾਂ। ਉਹ ਕਿਹੜੇ ਬੋਲ ਨੇ, ਉਹ ਕਿਹੜੇ ਬੇਸ਼ਕੀਮਤੀ ਮੰਤਰ ਨੇ ਜਿਨ੍ਹਾਂ ਦੇ ਧਾਰਨ ਕੀਤਿਆਂ ਮੇਰਾ ਰੱਬ ਪ੍ਰਸੰਨ ਹੁੰਦਾ ਹੋਵੇ। ਤੇ ਜਿਹੜੀ ਸੁਹਾਗਣ ਇਸਤਰੀ ਹੈ ਨਾ, ਜਿਹਨੇ ਰੱਬ ਨੂੰ ਪ੍ਰਾਪਤ ਕੀਤਾ, ਜਿਹੜੀ ਗੁਰਮੁਖ ਰੂਹ ਹੈ, ਉਹਦਾ ਜਵਾਬ ਵੀ ਭਗਤ ਫਰੀਦ ਜੀ ਨੇ ਦਰਜ ਕੀਤਾ। ਤਿੰਨ ਸ਼ਿੰਗਾਰ ਜਿਹੜੇ ਨੇ ਉਹ ਭਗਤ ਫਰੀਦ ਜੀ ਨੇ ਦਰਸਾਏ ਨੇ। ਸਭ ਤੋਂ ਪਹਿਲਾਂ ਨਿਵਣ ਸੋ ਅੱਖਰ, ਖਵਣ ਗੁਣ, ਜਿਹਬਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਜਿਹੜਾ ਤ੍ਰੈ ਲਫ਼ਜ਼ ਵੀ ਹੈ ਨਾ, ਇਹ ਵੀ ਪੋਠੋਹਾਰ ਦੀ ਬੋਲੀ ਹੈ। ਜਿਹੜਾ ਪੋਠੋਹਾਰ ਦਾ ਇਲਾਕਾ ਲਹਿੰਦੇ ਪੰਜਾਬ ਦੇ ਵਿੱਚ, ਇਹ ਉਸ ਪਾਸੇ ਦੀ ਬੋਲੀ। ਸਤਿਗੁਰਾਂ ਨੇ ਇਸ ਲਫ਼ਜ਼ ਨੂੰ ਵੀ ਬਾਣੀ ਵਿੱਚ ਕਈ ਥਾਵਾਂ 'ਤੇ ਵਰਤਿਆ। ਹਿਰਦੇ ਵਿੱਚ ਨਿਮਰਤਾ ਧਾਰਨ ਕੀਤਿਆਂ ਤੇ ਸੋਹਣੇ ਸਤਿਗੁਰੂ ਦੀ ਸ਼ਰਨ ਪਿਆ, ਉਸ ਦੇ ਹੁਕਮ ਰਜ਼ਾਈ ਵਿੱਚ ਜੀਵਨ ਨੂੰ ਢਾਲਣਾ, ਸਤ ਬਚਨ ਵਾਲੀ ਕਮਾਈ ਕਰਨੀ, ਤੇ ਨਾਲ ਪਰਮੇਸ਼ਵਰ ਦੇ ਨਾਮ ਦਾ ਜੋ ਬੇਸ਼ਕੀਮਤੀ ਮੰਤਰ ਹੈ, ਇਹਨੂੰ ਹਿਰਦੇ ਵਿੱਚ ਧਾਰਨ ਕਰ। ਸਤਿਗੁਰੂ ਫਰਮਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਜੋ ਭਗਤ ਫਰੀਦ ਜੀ ਦੀ ਰਸਨਾ ਤੋਂ ਪ੍ਰਗਟ ਹੋਏ ਸਨ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਪਹਿਲੇ ਜਾਮੇ ਦੇ ਵਿੱਚ ਵੀ ਮੇਰੇ ਸਤਿਗੁਰਾਂ ਨੇ ਜਦੋਂ ਆਗਰੇ ਦੀ ਧਰਤੀ 'ਤੇ ਗਏ ਸਨ, ਜਦੋਂ ਸੱਚੇ ਪਾਤਸ਼ਾਹ ਨੇ ਉਸ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ ਸੀ, ਤੇ ਉੱਥੇ ਵੀ ਜਦੋਂ ਸਤਿਗੁਰਾਂ ਨੇ ਸਿੱਖੀ ਦੇ ਮੂਲ ਉਪਦੇਸ਼ ਬਖਸ਼ਿਸ਼ ਕੀਤੇ ਤਾਂ ਇਹ ਬਚਨ ਫਰਮਾਏ ਸਨ
ਤੁਸੀਂ ਤਿਲੰਗ ਰਾਗ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਪੜ੍ਹਦੇ ਹੋ। ਬਾਬਾ ਜੀ ਨੇ ਕੀ ਫਰਮਾਇਆ ਸੀ ਕਿ ਨੇਤਰਾਂ ਦੇ ਵਿੱਚ ਭਾਵਨਾ ਦਾ ਕੱਜਲ ਪਾ, ਸ਼ਰਧਾ ਦਾ ਕੱਜਲ ਪਾ, ਇਹ ਖੇਡ ਤਾਂ ਬੜੇਗੀ। ਇਹ ਜਿਹੜੇ ਸਤਿਗੁਰਾਂ ਨੇ ਸ਼ਿੰਗਾਰ ਦਰਸਾਏ ਨੇ ਨਾ ਬਾਣੀ ਵਿੱਚ, ਅਸਲ ਵਿੱਚ ਇਹ ਉਹ ਸੱਚੇ ਸ਼ਿੰਗਾਰ ਨੇ ਜਿਨ੍ਹਾਂ ਦੇ ਕੀਤਿਆਂ ਇੱਕ ਮਨਮਤ ਦੇ ਜੀਵਨ ਨੂੰ ਗੁਰਮਤ ਦੇ ਜੀਵਨ ਵਿੱਚ ਬਦਲਿਆ ਜਾ ਸਕਦਾ, ਇੱਕ ਉੱਚੀ ਤੇ ਸੁੱਚੀ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਸਤਿਗੁਰਾਂ ਦੇ ਬਚਨ ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਐ ਲਾਗੀ ਜਾਂ ਸਹੁ ਧਰੇ ਪਿਆਰੋ। ਜੇ ਸੋਹਣੇ ਰੱਬ ਦੀ ਖੁਸ਼ੀ ਲੈਣੀ ਹੈ ਨਾ ਤੇ ਫਿਰ ਤੈਨੂੰ ਇਹ ਸਭ ਕੁਝ ਕਰਨਾ ਪਵੇਗਾ। ਆਓ ਇਸ ਸ਼ਬਦ ਦੀ ਅਰੰਭਤਾ ਦਾ ਪਹਿਲਾ ਪਦਾ ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ, ਮੁੱਠੀ ਦੂਜੈ ਭਾਏ, ਕਲਰ ਕੇਰੀ ਕੰਧ ਜਿਉ, ਅਹਨਿਸ ਕਿਰ ਢਹਿ ਪਾਏ। ਬਿਨ ਸਬਦੈ ਸੁਖ ਨਾ ਥੀਐ, ਪਿਰ ਬਿਨ ਦੁਖ ਨਾ ਜਾਏ। ਇਸ ਪਾਵਨ ਸ਼ਬਦ ਦਾ ਪਹਿਲਾ ਪਦਾ। ਉਹ ਇਸਤਰੀ ਦੁਹਾਗਣ ਹੈ, ਉਹਦਾ ਜੀਵਨ ਕੂੜ ਹੈ, ਜੋ ਸੱਚੇ ਪਰਮਾਤਮਾ ਨੂੰ ਛੱਡ ਕੇ ਤੇ ਮਾਇਆ ਦੇ ਭਰਮ ਭੁਲੇਖਿਆਂ ਵਿੱਚ ਖੱਚਤ ਹੋਇਆਂ ਹੋਰ ਪਾਸੇ ਲੱਗੀ। ਮੁੱਠੀ ਦੂਜੇ ਪਾਏ, ਰੱਬ ਦੇ ਮਾਰਗ ਨੂੰ ਤਿਆਗ ਕੇ ਮਾਇਆ ਦੇ ਅਧੀਨ ਹੋਰ ਪਾਸੇ। ਮੈਂ ਇੱਕ ਬੇਨਤੀ ਕਰਾਂ, ਜਿਨ੍ਹਾਂ ਨੇ ਜੀਵਨ ਦੇ ਵਿੱਚ ਸੱਚ ਨੂੰ ਵਿਹਾਜਿਆ ਉਹੀ ਖੁਸ਼ੀ ਦੇ ਪਾਤਰ ਬਣ ਸਕਦੇ ਨੇ। ਜਿਨ੍ਹਾਂ ਨੇ ਪਰਮੇਸ਼ਵਰ ਦੇ ਮਾਰਗ ਤੇ ਤੁਰਨ ਦਾ ਯਤਨ ਕੀਤਾ, ਭਾਵੇਂ ਕੋਈ ਅਗਾਂਹ ਨਿਕਲ ਗਿਆ, ਭਾਵੇਂ ਕੋਈ ਪਿੱਛੇ ਰਹਿ ਗਿਆ। ਮੈਂ ਇੱਕ ਬੇਨਤੀ ਕਰਾਂ, ਜਿਹਨੇ ਅਜੇ ਇਸ ਮਾਰਗ ਦੇ ਕਦਮ ਪੁੱਟਣ ਦਾ ਮਨ ਬਣਾ ਲਿਆ ਨਾ, ਉਹ ਵੀ ਸਾਡੇ ਲਈ ਸਤਿਕਾਰਯੋਗ ਹੈ। ਜਿਹਨੇ ਅਜੇ ਮਨ ਬਣਾਇਆ, ਤੁਰਿਆ ਨਹੀਂ। ਇਹ ਸਿੱਖੀ ਦਾ ਮਾਰਗ ਹੈ। ਕੋਈ ਮੰਜ਼ਿਲ ਦੇ ਨੇੜੇ ਹੈ, ਕੋਈ ਅਧਵਾਟੇ ਵਿੱਚ ਹੈ, ਕੋਈ ਅਜੇ ਰਾਹ 'ਚੋਂ ਤੁਰਿਆ। ਜਿਹੜਾ ਤੁਰ ਪਿਆ ਸਤਿਕਾਰਯੋਗ, ਪਰ ਜਿਹੜਾ ਅਜੇ ਤੁਰਿਆ ਹੀ ਨਹੀਂ, ਅੱਜ ਸਤਿਗੁਰੂ ਉਹਨਾਂ ਦੀ ਗੱਲ ਕਰ ਰਹੇ ਨੇ। ਕਲਰ ਕੇਰੀ ਕੰਧ ਜਿਉ, ਅਹਨਿਸ ਕਿਰ ਢਹਿ ਪਾਏ। ਜਿਵੇਂ ਕੇਰੀ ਦੀ ਬਣੀ ਹੋਈ ਕੱਚੀ ਕੰਧ ਜਿਹੜੀ ਕਿਣਕਾ ਕਿਣਕਾ ਕਰਕੇ ਆਪਣਾ ਅਸਥਾਨ ਛੱਡ ਰਹੀ ਹੈ, ਦੁਰਬਲ ਹੋ ਰਹੀ ਹੈ, ਕਮਜ਼ੋਰ ਹੋ ਰਹੀ ਹੈ, ਇੱਕ ਦਿਨ ਡਿੱਗ ਪਏਗੀ। ਇਸੇ ਤਰ੍ਹਾਂ ਉਸ ਦੁਹਾਗਣ ਦਾ ਜੀਵਨ ਜੋ ਪਤੀ ਪਰਮੇਸ਼ਵਰ ਦੀ ਖੁਸ਼ੀ ਦੀ ਪਾਤਰ ਨਹੀਂ ਬਣ ਸਕੀ, ਸਤਿਗੁਰੂ ਫਰਮਾਉਂਦੇ ਨੇ ਉਹਦਾ ਜੀਵਨ ਵੀ ਇਸੇ ਤਰ੍ਹਾਂ ਹੌਲੇ ਹੌਲੇ ਮੁੱਕ ਰਿਹਾ, ਉਹ ਨਾਸ ਹੋ ਰਿਹਾ, ਉਹ ਸੱਚ ਦੇ ਮਾਰਗ ਤੇ ਅਜੇ ਟੁਰ ਨਹੀਂ ਸਕੀ। ਤੇ ਇਸੇ ਪਦੇ ਦੇ ਤੀਜੀ ਪੰਕਤੀ ਦੇ ਵਿੱਚ ਸਤਿਗੁਰੂ ਫਰਮਾਉਂਦੇ ਨੇ, ਬਿਨ ਸਬਦੈ ਸੁਖ ਨਾ ਥੀਐ, ਫਿਰ ਬਿਨ ਦੁਖ ਨਾ ਜਾਏ। ਗੁਰੂ ਸ਼ਬਦ ਦੀ ਵਿਚਾਰ ਤੋਂ ਬਿਨਾਂ ਜੀਵਨ ਵਿੱਚ ਕਦੇ ਸੁਖ ਪ੍ਰਗਟ ਨਹੀਂ ਜੇ ਹੋ ਸਕਦਾ। ਗੁਰੂ ਦੀ ਸੇਵਾ ਤੋਂ ਬਿਨਾਂ, ਗੁਰੂ ਦਾ ਬਚਨ ਜੀਵਨ ਵਿੱਚ ਸਤ ਕਰਕੇ ਮੰਨਣ ਤੋਂ ਬਿਨਾਂ ਇਹ ਖੇਡ ਨਹੀਂ ਬਣਨੀ। ਤੇ ਕੇਵਲ ਉਹ ਪਤੀ ਪਰਮਾਤਮਾ ਹੀ ਇਸ ਦੁੱਖ ਨੂੰ ਕੱਟ ਸਕਦਾ ਹੈ। ਸੰਸਾਰ ਦੇ ਵਿੱਚ ਹੋਰ ਕੋਈ ਐਸਾ ਪ੍ਰਬਲ ਮਨੁੱਖ ਨਹੀਂ, ਐਸੀ ਸ਼ਕਤੀ ਨਹੀਂ ਜੋ ਇਸ ਦੁੱਖ ਨੂੰ ਕੱਟ ਸਕੇ। ਸਤਿਗੁਰੂ ਸੱਚੇ ਪਾਤਸ਼ਾਹ ਉਸ ਸੋਹਣੇ ਰੱਬ ਦੀ ਵਡਿਆਈ ਨੂੰ ਬਿਆਨ ਕਰਦਿਆਂ ਪਏ ਫਰਮਾਉਂਦੇ ਨੇ, ਆਪ ਸੁਜਾਨ ਨਾ ਭੁੱਲਈ, ਸੱਚਾ ਵੱਡ ਕਿਰਸਾਨ। ਮੇਰਾ ਸੋਹਣਾ ਰੱਬ, ਮੇਰਾ ਪਰਮਾਤਮਾ, ਮੇਰਾ ਖੁਦਾ, ਮੇਰਾ ਵਾਹਿਗੁਰੂ, ਉਹ ਆਪ ਇਸ ਦੁਨੀਆ ਦੇ ਵਿੱਚ ਇੱਕ ਕਿਰਸਾਨ ਦਾ ਰੂਪ ਹੋ ਕੇ, ਰੱਬ ਤੋਂ ਵੱਡਾ ਕਿਰਸਾਨ ਕਿਹੜਾ ਹੈ? ਜਿਹਨੇ ਹਰ ਥਾਂ ਤੇ ਹਰ ਜੀਵ ਦੇ ਵਾਸਤੇ ਰਿਜ਼ਕ ਵੰਡਿਆ ਹੋਇਆ, ਰਿਜ਼ਕ ਛੱਡਿਆ ਹੋਇਆ, ਪ੍ਰਬੰਧ ਕੀਤਾ ਹੋਇਆ। ਤੇ ਜਦੋਂ ਕਿਰਸਾਨ ਨੇ ਬੀਜ ਬੀਜਣਾ ਹੋਵੇ ਨਾ,
ਤੇ ਸਿਆਣਾ ਕਿਸਾਨ ਕੀ ਕਰਦਾ? ਸਭ ਤੋਂ ਪਹਿਲਾਂ ਉਸ ਬੀਜ ਦੇ ਬੀਜਣ ਲਈ ਧਰਤੀ ਨੂੰ ਤਿਆਰ ਕਰਦਾ। ਜਦੋਂ ਤੱਕ ਧਰਤੀ ਨੂੰ ਤਿਆਰ ਨਹੀਂ ਕੀਤਾ ਤਾਂ ਤੱਕ ਬੀਜ ਨਹੀਂ ਬੀਜਿਆ ਜਾ ਸਕਦਾ। ਉਹ ਬੀਜ ਜਿਹੜਾ ਹੈ ਉਹ ਗਰਕ ਹੋ ਜਾਏਗਾ ਜਦੋਂ ਸਿਆਣਾ ਕਿਸਾਨ ਇਹ ਵਰਤੋਂ ਨਹੀਂ ਕਰੇਗਾ। ਤੇ ਪਰਮੇਸ਼ਵਰ ਵਾਹਿਗੁਰੂ ਨੇ ਕਿਰਸਾਨ ਰੂਪ ਹੋ ਕੇ ਇਹ ਸਮੁੱਚੇ ਜੀਵਾਂ ਦੇ ਹਿਰਦੇ ਰੂਪੀ ਧਰਤੀ ਤੇ ਵੀ ਨਾ ਨਾਮ ਦੀ ਬਖਸ਼ਿਸ਼ ਕਰਨ ਤੋਂ ਪਹਿਲਾਂ, ਨਾਮ ਦਾ ਬੀਜ ਬੀਜਣ ਤੋਂ ਪਹਿਲਾਂ ਇਸ ਧਰਤੀ ਨੂੰ ਤਿਆਰ ਕੀਤਾ। ਉਹ ਬੇਸ਼ਕੀਮਤੀ ਰੂਹਾਂ ਚੁਣੀਆਂ ਨੇ ਜਿਨ੍ਹਾਂ ਦੇ ਅੰਦਰ ਨਾਮ ਨੂੰ ਟਿਕਾਣਾ ਹੈ। ਪਹਿਲਾਂ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ, ਪਹਿਲਾਂ ਜੀਵ ਦੀ ਇਸ ਹਿਰਦੇ ਰੂਪੀ ਧਰਤੀ ਨੂੰ ਸੋਧਿਆ, ਸਾਧ ਕੈ ਤਿਆਰ ਕੀਤਾ, ਫੇਰ ਨਾਮ ਦੀ ਦਾਤ, ਫੇਰ ਧਰਮ ਦਾ ਪ੍ਰਗਾਸ ਕੀਤਾ। ਨੌ ਨਿਧ ਉਪਜੈ ਨਾਮ ਏਕ, ਕਰਮ ਪਵੈ ਨੀਸਾਨ। ਨਾਮ ਦੀ ਬਖਸ਼ਿਸ਼ ਦੇ ਸਦਕਾ ਇਸ ਜੀਵਨ ਦੇ ਵਿੱਚ 9 ਨਿਧੀਆਂ ਪ੍ਰਗਟ ਹੋਣਗੀਆਂ। 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਕਿਹਨਾਂ ਦੇ? ਬਾਬਾ ਜੀ ਕਹਿੰਦੇ ਜੋ ਹਰ ਹਿਰਦੇ ਸਦਾ ਵਸਾਏ, ਜੋ ਪ੍ਰਮਾਤਮਾ ਦੇ ਨਾਮ ਦੇ ਵਿੱਚ ਗੁੜੁਚ ਨੇ। ਇੱਕ ਬੇਨਤੀ ਕਰਾਂ, ਧਰਮ ਦੇ ਮਾਰਗ ਤੇ ਤੁਰਿਆਂ, ਜੀਵਨ ਵਿੱਚ ਧਰਮ ਨੂੰ ਧਾਰਨ ਕੀਤਿਆਂ 5 ਧੱਦਿਆਂ ਤੋਂ ਬਚ ਜਾਓਗੇ। ਜਿਨ੍ਹਾਂ ਨੇ ਧਰਮ ਦੇ ਮਾਰਗ ਤੇ ਇਮਾਨਦਾਰੀ ਨਾਲ ਕਦਮ ਪੁੱਟਿਆ ਨਾ, ਕਹਿਣ ਨੂੰ ਤੇ ਅਸੀਂ ਸਾਰੇ ਧਰਮੀ ਹਾਂ, ਮੇਰੇ ਵਰਗੇ ਵੀ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਅਵਾ ਕਰ ਰਹੇ ਨੇ, ਪਰ ਜਿਹੜੇ ਇਮਾਨਦਾਰੀ ਨਾਲ ਧਰਮ ਨੂੰ ਕਮਾ ਰਹੇ ਨੇ ਨਾ, ਉਹ 5 ਧੱਦਿਆਂ ਤੋਂ ਬਚ ਜਾਣਗੇ। ਨੋਟ ਕਰ ਲੈਣਾ, ਜੀਵਨ ਵਿੱਚ ਬੜੇ ਕੰਮ ਆਉਣਗੇ। ਪਹਿਲਾ ਧੰਦਾ ਹੈ ਧੂੜ, ਧੱਦਾ, ਧੂੜ। ਆ ਜਿਹੜੀ ਤੇਰ ਮੇਰ ਦੀ ਧੂੜ ਜਿਹੜੀ ਹੈ, ਗੁਬਾਰ ਇਸ ਵੇਲੇ ਸੰਸਾਰ ਦੇ ਵਿੱਚ ਚੜ੍ਹਿਆ ਨਾ, ਇਹ ਜਾਤ ਪਾਤ ਤੋਂ ਉੱਪਰ ਉੱਠ ਕੇ ਬੰਦੇ ਨੂੰ ਕੁਝ ਵੇਖਣ ਹੀ ਨਹੀਂ ਦਿੰਦਾ। ਇਹ ਗੁਬਾਰ ਹੈ, ਇਹ ਧੂੜ ਹੈ। ਇਹ ਜਿਹੜੀ ਅਗਿਆਨਤਾ ਦੀ ਹਨੇਰੀ ਝੁੱਲ ਰਹੀ ਹੈ, ਜਦੋਂ ਧਰਮ ਦੇ ਮਾਰਗ ਤੇ ਟੁਰੇਗਾ, ਗੁਰੂ ਕਿਆ ਸਿੱਖਾ, ਇਸ ਧੂੜ ਤੋਂ ਬਚ ਜਾਏਗਾ। ਪਹਿਲਾ ਧੱਦਾ। ਤੇ ਦੂਜਾ ਧੱਦਾ ਹੈ ਧੱਕੇ। ਜੇ ਧਰਮ ਦੇ ਮਾਰਗ ਤੇ ਕਦਮ ਪੁੱਟੇਗਾ, ਜਮਾਂ ਦੇ ਧੱਕਿਆਂ ਤੋਂ ਵੀ ਬਚ ਜਾਏਗਾ। ਬਹੁਤੀ ਡਿਟੇਲ ਵਿੱਚ ਨਹੀਂ, ਤੁਸੀਂ ਸਾਰੇ ਸਿਆਣੇ ਹੋ, ਕੇਵਲ ਇਸ਼ਾਰਾ। ਇਹ ਜਿਹੜੇ ਜਮਾਂ ਦੇ ਧੱਕੇ ਨੇ ਉਹਨਾਂ ਨੂੰ ਪੈਂਦੇ ਨੇ ਜਿਨ੍ਹਾਂ ਨੇ ਧਰਮ ਦੀ ਕਮਾਈ ਨਹੀਂ ਕੀਤੀ। ਤੇ ਤੀਜਾ ਧੱਦਾ ਹੈ ਧੁੰਦ। ਆ ਜਿਹੜੀ ਅਗਿਆਨਤਾ ਦੀ ਧੁੰਦ ਹੈ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਸ ਧਰਤੀ ਤੇ ਪ੍ਰਕਾਸ਼ਮਾਨ ਹੋਏ ਪਹਿਲੇ ਜਾਮੇ ਦੇ ਵਿੱਚ, ਤੇ ਉਸ ਸਮੇਂ ਦੇ ਹਾਲਾਤ ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ। ਧੁੰਦ ਮਨੁੱਖ ਦੇ ਲਈ ਇੰਨੀ ਖਤਰਨਾਕ ਹੈ। ਅੱਜ ਵੀ ਜਦੋਂ ਠੰਡ ਦੇ ਦਿਹਾੜੇ ਹੁੰਦੇ ਨੇ, GT ਰੋਡ ਤੇ ਹੋਰ ਥਾਵਾਂ ਤੇ, ਅਜੇ ਤੱਕ ਵੀ ਵਿਗਿਆਨ ਇਸ ਧੁੰਦ ਦਾ ਕੋਈ ਬਹੁਤਾ ਵਧੀਆ ਇਲਾਜ ਨਹੀਂ ਲੱਭ ਸਕਿਆ। ਮਾਫ ਕਰਨਾ, ਸੰਸਾਰ ਦੇ ਵਿੱਚ ਜਿੰਨੀਆਂ ਮੌਤਾਂ ਹੋ ਰਹੀਆਂ ਨੇ ਨਾ, ਇਹਨਾਂ ਵਿੱਚੋਂ ਇੱਕ ਵੱਡੀ ਗਿਣਤੀ ਉਹਨਾਂ ਦੀ ਹੈ ਜਿਹੜੇ ਧੁੰਦ ਕਰਕੇ ਐਕਸੀਡੈਂਟਸ ਦੇ ਵਿੱਚ ਮਾਰੇ ਜਾਂਦੇ ਨੇ। ਇਹ ਜਿਹੜੀ ਅਗਿਆਨਤਾ ਦੀ ਧੁੰਦ ਹੈ ਨਾ, ਇਹ ਵੀ ਬੰਦੇ ਨੂੰ ਧਰਮ ਤੋਂ ਦੂਰ ਲੈ ਜਾਂਦੀ ਹੈ, ਗੁਰੂ ਤੋਂ ਬੇਮੁਖ ਕਰ ਦਿੰਦੀ ਹੈ, ਸੱਚ ਦੇ ਮਾਰਗ ਤੋਂ ਭੁਲਾ ਕੇ ਝੂਠ ਦੇ ਮਾਰਗ ਵੱਲ ਲੈ ਜਾਂਦੀ ਹੈ। ਇਹ ਧੁੰਦ ਵੀ ਮਿਟ ਜਾਏਗੀ, ਧੱਦਾ ਧੂੜ ਮਿਟ ਜਾਏਗੀ, ਧੱਕਿਆਂ ਤੋਂ ਬਚ ਜਾਏਗਾ। ਤੀਜਾ, ਇਸ ਧੁੰਦ ਤੋਂ ਬਚ ਜਾਏਗਾ ਜਿਹੜੀ ਅਗਿਆਨਤਾ ਦੀ ਧੁੰਦ ਹਰ ਪਾਸੇ ਪਸਰੀ ਹੋਈ ਹੈ ਨਾ। ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਤੇ ਸਹੀ, ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ, ਇਹ ਭਲਾ ਹੋ ਸਕਦਾ। ਤੇ ਚੌਥਾ ਧੱਦਾ ਹੈ ਧੰਦਾ। ਇਹ ਜਿਹੜੇ ਰੱਬ ਨੂੰ ਵਿਸਾਰ ਕੇ ਜਿਨ੍ਹਾਂ ਧੰਦਿਆਂ ਵਿੱਚ ਖੱਚਤ ਹੋਇਆ ਨਾ, ਮਾਇਆ ਦੇ, ਲੋਭ ਦੇ, ਹੰਕਾਰ ਦੇ, ਕਾਮ ਦੇ, ਕ੍ਰੋਧ ਦੇ ਜਿਹੜੇ ਧੰਦਿਆਂ ਵਿੱਚ ਖੱਚਤ ਹੋਇਆ, ਇਹਨਾਂ ਨੂੰ ਸੱਚ ਮੰਨ ਬੈਠਾ। ਧਰਮ ਦੇ ਮਾਰਗ ਤੇ ਟੁਰਿਆ, ਇਹਨਾਂ ਤੋਂ ਵੀ ਤੇਰੀ ਬੰਦ ਖਲਾਸੀ ਹੋ ਸਕਦੀ। ਤੇ ਸਤ ਸੰਗੀਓ, ਪੰਜਵਾਂ ਧੱਦਾ ਜੇ ਧੋਖਾ। ਧਰਮ ਦੇ ਮਾਰਗ ਤੇ ਟੁਰਿਆ, ਧੋਖੇ ਤੋਂ ਵੀ ਬਚ ਜਾਏਗਾ।
क्योंकि ये मार्ग ऐसा है, सच्चे मार्ग चलते हैं उस्तत करे जहान। इत्थे धोखा नहीं, इत्थे निरा सच है। आद सच, जुगाद सच, है भी सच, नानक होसी भी सच। इत्थे निरा सच है, इत्थे कोई धोखा नहीं। सो सतगुरु इसे गल नूं समझाउंदे ने, जिस दे हृदय विच नाम दी दात प्रगट कर देण, वो इन्हां पंज धद्दियां तो भी बचदा है ते नाल जीवन दे विच 9 निधियां प्रगट होंदियां ने। संसार दे सुख भी प्रगट होंदे ने ते दरगाही दातां भी प्राप्त होंदियां ने। अगों मेरे सतगुरां दा बचन, गुर को जान न जाणई क्या तिस चज अचार। अंधलै नाम विसारिया मनमुख अंध गुबार। आवन जान न चुकई मर जन्मै होए खुआर। जेड़े सच नूं नहीं पछाण सके, जेड़े सच दे मार्ग ते कदम नहीं पुट सके, गुरु दी होंद नूं, गुरु दी बरकत नूं जाणदियां होइयां भी जेड़े अणजाण बने ने, ऐसे अग्यानी अंधले जिन्हां दा जिक्र सतगुरु कर रहे ने। एक इतिहासक साखी सामने आ गई। ये अंधले कौन ने? सतगुरु श्री गुरु अंगद देव जी का समय, खडूर साहब की पावन धरती ते सतगुरु सच्चे पातशाह किरपा निध दीन दयाल गुरु नानक दे घर दियां बरकतां वरता रहे ने। ते इतिहासकार लिखते ने, एक भावना वाला सिख सतगुरां दे चरनां विच आया है, जिहदा नां है गोविंदा मारवा। ब्यास दे कंढे इहदे कोल जमीन बड़ी है, पर कई वेरा यतन किया इस धरती नूं वसाउण दा, वसा नहीं सकिया। हार के दूजे पातशाह गुरु अंगद देव जी के चरनां विच आया, सतगुरु जे किरपा करो ना ते ए ब्यास दे कंढे बड़ियां जमीनां दा मालक हाँ, जे तुसी वसाओ ते किरपा होवे तां जे इत्थे भी गुरु दे चरण पैण। उहदी भावना समझ के सतगुरु श्री गुरु अंगद देव जी ने बाबा अमरदास जी नूं बचन किया, जो समा पा के साडे तीजे पातशाह धन गुरु अमरदास जी, अजे गुरता गद्दी नहीं सी प्राप्त हुई तां मैं बाबा अमरदास लफज वरतिया। सतगुरां ने बाबा अमरदास जी नूं बचन किया बई ब्यास दे कंढे जिहड़ी धरती गोविंदे मारवा दी है ना, जिन्हों अज असीं गोइंदवाल साहब कहने, इस धरती नूं वसावणा करो। सच्चे पातशाह जी ने दूर दुराडे सिखां नूं स्नेह भेजे बई अपने कारोबार, अपने परिवार लैके इस धरती ते वसना करो, गुरु दियां खुशियां दे पात्र बनोगे। उही अस्थान गुरबाणी दे विच सलोक वारां ते वधीक दे विच जिस अस्थान दे लई बचन असीं पढ़दे सुणदे हां, गोइंदवाल गोविंदपुरी सम, ये वो अस्थान सतगुरु श्री गुरु अंगद देव जी के हुक्म नूं मनदियां होइयां बाबा अमरदास जी ने वसाउणा कीता। हुण जदों दूजे पातशाह जी भाणा वरता गए, चोला बदल गए, धन गुरु अमरदास जी नूं गुरता गद्दी ते विराजमान किया, नाल ही बचन किया भी तुसीं गोइंदवाल साहब चले जाओ। इस अस्थान ते सतगुरां ने दूजे पातशाह का बचन मन के वसावणा किया, धर्म प्रचार किया, समा पा के धर्म का केंद्र बन गया। गोइंदा मरवा जिहड़ा गुरु अंगद देव जी का सिख सी, वो भी शरीर छड्ड गया। जिहड़े उहदे पुत्र सन ना, वो सियाणे नहीं सन। आ जिहड़ा बचन तुसी अज इस विच पढ़िया ना जी शब्द विच, वो जिहड़े सिख ने, गुर को जान ना जाणई क्या तिस चज अचार। गोविंदे मारवा के पुत्र वो पंथ विरोधियों की चुक विच आके उन्होंने बड़े यतन किए सरकारे दरबारे बई असी ये कहीए कि जी ये साडा बाप तो इन्हों कुछ समय लिए जमीन दे गया, मल के बह गए ने, पर उन्हों की ये चाल चली ना। वो चाहते सन भी जमीनां सानू वापस मिलन। राज दरबारे तो भी जो निराश हो गए ना, तो कहते ने उस इलाके में सखी सरवरीए भी बड़े सन, जो सिक्खी की चढ़ती कला नूं वेख के बर्दाश्त नहीं सन कर सक रहे। कहते ने एक बारी खच्चरां ते सरकारी खजाना जा रहा सी,
ਅੱਗੇ ਖੱਚਰਾਂ ਵਰਤਦੇ ਸਨ ਲੋਕੀ। ਸ਼ਾਹੀ ਫੌਜਾਂ ਦੀ ਨਿਗਰਾਨੀ ਹੇਠ ਸਰਕਾਰੀ ਖਜ਼ਾਨਾ ਖੱਚਰਾਂ ਤੇ ਲੱਦ ਕੇ ਲਿਜਾਇਆ ਜਾ ਰਿਹਾ ਸੀ। ਇਤਿਹਾਸਕਾਰ ਲਿਖਦੇ ਨੇ ਦਿੱਲੀ ਤੋਂ ਲਾਹੌਰ, ਕਿਉਂਕਿ ਉਸ ਸਮੇਂ ਇਹ ਮੇਨ ਰੋਡ ਸੀ। ਬਹੁਤ ਵਪਾਰ ਜਿਹੜਾ ਮੁਲਤਾਨ ਵਾਲੇ ਪਾਸੇ, ਲਾਹੌਰ ਵਾਲੇ ਪਾਸੇ, ਇਹ ਰਾਹ ਵਰਤਿਆ ਜਾਂਦਾ ਸੀ, ਬਿਆਸ ਵਾਲਾ। ਜਦੋਂ ਗੋਇੰਦਵਾਲ ਸਾਹਿਬ ਦੇ ਨੇੜਿਓਂ ਖੱਚਰਾਂ ਲੰਘ ਰਹੀਆਂ ਸਨ ਨਾ, ਸ਼ਾਹੀ ਖਜ਼ਾਨਾ ਲੰਘ ਰਿਹਾ ਸੀ, ਕੁਦਰਤੀ ਤੌਰ ਤੇ ਝੱਖੜ ਆਉਣ ਲੱਗ ਪਿਆ। ਬਹੁਤ ਤੇਜ਼ ਹਵਾ, ਬਹੁਤ ਆਂਧੀ ਦਾ ਰੂਪ ਧਾਰਨ ਕਰ ਲਿਆ। ਤੇ ਗੋਇੰਦੇ ਮਰਵਾ ਦੇ ਪੁੱਤਰ ਨੇ ਕੁਝ ਸਖੀ ਸਰਵਰੀਆਂ ਦੇ ਨਾਲ ਮਿਲ ਕੇ ਖਜ਼ਾਨੇ ਦੀ ਲੱਦੀ ਹੋਈ ਇੱਕ ਖੱਚਰ ਜਿਹੜੀ ਹੈ ਨਾ, ਉਹ ਆਪਣੇ ਰਾਹ ਤੇ ਮੋੜ ਲਈ। ਝੱਖੜ ਸੀ ਤੇ ਕਿਸੇ ਇੱਕ ਸੁੰਨਸਾਨ ਪੁਰਾਣੀ ਇਮਾਰਤ ਦੇ ਵਿੱਚ ਜਾ ਕੇ ਲੁਕਾ ਦਿੱਤੀ। ਹੁਣ ਜਦੋਂ ਸ਼ਾਹੀ ਫੌਜਾਂ ਨੂੰ ਪਤਾ ਲੱਗਾ ਵੀ ਸਰਕਾਰੀ ਖਜ਼ਾਨੇ ਨਾਲ ਲੱਦੀ ਇੱਕ ਖੱਚਰ ਘੱਟ ਹੈ, ਉਹਨਾਂ ਨੇ ਲੱਭਿਆ ਤੇ ਇਹਨਾਂ ਸਖੀ ਸਰਵਰੀਆਂ ਨੇ ਰੌਲਾ ਪਾਤਾ ਬਈ ਸਿੱਖਾਂ ਨੇ ਖੱਚਰ ਜਿਹੜੀ ਹੈ ਉਹ ਚੋਰੀ ਕੀਤੀ ਹੈ। ਕੁਝ ਸਿੱਖ ਵੀ ਗ੍ਰਿਫਤਾਰ ਕੀਤੇ ਗਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ, ਸਤਿਗੁਰੂ ਸਾਡੇ ਕੁਝ ਸਿੱਖ ਗ੍ਰਿਫਤਾਰ ਕਰ ਲਏ ਨੇ, ਜਦਕਿ ਦੋਸ਼ ਸਿੱਖਾਂ ਦਾ ਨਹੀਂ। ਮਹਾਰਾਜ ਮੁਸਕਰਾਏ। ਮਹਾਰਾਜ ਤ੍ਰੈਕਾਲਦਰਸ਼ੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ, ਉਹਨਾਂ ਨੇ ਇੱਕੋ ਬਚਨ ਕਿਹਾ, ਜਿਸ ਕੀਤਾ ਸੋ ਪਾਵੇਗਾ। ਹੁਣ ਜਦੋਂ ਜਿਹੜੀ ਸ਼ਾਹੀ ਫੌਜਾਂ ਸਨ ਨਾ, ਉਹ ਖੱਚਰ ਨੂੰ ਲੱਭ ਰਹੀਆਂ ਸਨ ਤੇ ਉਸ ਪੁਰਾਣੀ ਇਮਾਰਤ ਦੇ ਕੋਲੋਂ ਲੰਘੀਆਂ ਜਿੱਥੇ ਖੱਚਰ ਲੁਕਾਈ ਸੀ ਇਹਨਾਂ ਨੇ, ਸਹਿਜ ਸੁਭਾਏ ਉਹ ਖੱਚਰ ਹਿਣਕ ਪਈ। ਆਪਣੀ ਜ਼ਬਾਨ ਦੇ ਵਿੱਚ ਹਿਣਕ ਪਈ, ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਜਦੋਂ ਖੱਚਰ ਹਿਣਕੀ ਤੇ ਹੁਣ ਸ਼ਾਹੀ ਫੌਜਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਕੰਮ ਸਖੀ ਸਰਵਰੀਆਂ ਦਾ, ਇਹ ਤੇ ਗੋਵਿੰਦੇ ਮਾਰਵਾ ਦੇ ਪੁੱਤਰਾਂ ਦਾ। ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ ਤੇ ਸਿੱਖਾਂ ਨੂੰ ਬਾਇੱਜ਼ਤ ਬਰੀ ਕੀਤਾ ਗਿਆ। ਇਹ ਉਹ ਲੋਕ ਨੇ ਜਿਹੜੇ ਗੁਰੂ ਦੀ ਅਜ਼ਮਤ ਨੂੰ ਜਾਣਦਿਆਂ ਹੋਇਆਂ ਵੀ ਜਾਣ ਨਹੀਂ ਸਕੇ। ਜਾਣਦੇ ਸਨ ਗੁਰੂ ਸਮਰੱਥੇ, ਪਰ ਫਿਰ ਵੀ ਕਈ ਪ੍ਰਕਾਰ ਦੀਆਂ ਠੱਗੀਆਂ, ਚਲਾਕੀਆਂ। ਉਹਨਾਂ ਲਈ ਸਤਿਗੁਰਾਂ ਦਾ ਬਚਨ ਹੈ, ਉਹ ਜੀਵ ਜੋ ਅਗਿਆਨਤਾ ਕਰਕੇ ਅੰਨੇ ਨੇ, ਜੋ ਗਿਆਨ ਤੋਂ ਹੀਣੇ ਨੇ, ਉਹ ਸੋਹਣੇ ਰੱਬ ਦੀ ਇਸ ਖੇਡ ਨੂੰ ਨਹੀਂ ਪਛਾਣ ਸਕਦੇ। ਮਾਫ ਕਰਨਾ, ਅਜੋਕੇ ਸਮੇਂ ਵਿੱਚ ਵੀ ਐਸੇ ਲੱਭ ਪੈਣਗੇ। ਆ ਜਿਹੜਾ ਗੁਰੂ ਡੰਮ ਹੈ, ਆ ਜਿਹੜੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨਾਲੋਂ ਤੋੜ ਕੇ ਆਪਣੇ ਚੇਲਿਆਂ ਤੇ ਚੋਲਿਆਂ ਨਾਲ ਜੋੜਦੇ ਨੇ, ਆਪਣੇ ਡੇਰਿਆਂ ਵੱਲ ਖੜਦੇ ਨੇ। ਗੱਲ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਕਰਦੇ ਨੇ, ਪਰ ਅਖੀਰ ਪਤਾ ਤਾਂ ਲੱਗਦਾ ਜਦੋਂ ਇਹ ਹੋਰ ਕਿਸੇ ਪਾਸੇ। ਅੱਜ ਦੇਖ ਲਓ ਸੋਸ਼ਲ ਮੀਡੀਆ ਦੇ ਉੱਤੇ ਜੋ ਹਾਲ ਹੈ, ਸੱਚ ਨੂੰ ਜਾਣਦਿਆਂ ਹੋਇਆਂ ਵੀ ਇਹ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਰਹੇ ਨੇ। ਮਾਫ ਕਰਨਾ, ਇੱਕ ਕੌੜੀ ਸੱਚਾਈ ਬਿਆਨ ਕਰਾਂ। ਜੇ ਕੋਈ ਘਰ ਦੇ ਵਿੱਚ ਲੁੱਚਾ ਬੱਚਾ ਹੋਵੇ ਨਾ, ਥੋੜ੍ਹਾ ਜਿਹਾ ਸ਼ਰਾਰਤੀ, ਜੇ ਕਿਤੇ ਉਹ ਬੱਚਾ ਆਪਣੀ ਸ਼ਰਾਰਤ ਨਾ ਛੱਡੇ, ਵੱਡਾ ਹੋ ਕੇ ਵੀ ਇਹੋ ਜਿਹੇ ਕੰਮ ਕਰਦਾ ਰਹੇ, ਆਪਣੇ ਪਰਿਵਾਰ ਨੂੰ, ਆਪਣੇ ਮਾਂ-ਪਿਓ ਦਾ ਨਾਂ ਬਦਨਾਮ ਕਰੇਗਾ, ਆਪਣੇ ਇਲਾਕੇ ਦਾ ਨਾਂ ਬਦਨਾਮ ਕਰੇਗਾ। ਤੇ ਜੇ ਕੋਈ ਹੋਰ ਵੱਡਾ ਬਦਮਾਸ਼ ਨਿਕਲ ਆਵੇ, ਕੋਈ ਡਾਕੂ ਬਣ ਜਾਵੇ, ਹੋਰ ਭੈੜੇ ਕੰਮਾਂ 'ਚ ਪੈ ਜਾਵੇ, ਆਪਣੇ ਇਲਾਕੇ ਦੇ ਨਾਲ ਨਾਲ ਆਪਣੀ ਮਾਨਵਤਾ ਦਾ ਨਾਂ ਬਦਨਾਮ ਕਰੇਗਾ। ਲੋਕੀ ਕਹਿਣਗੇ ਵੀ ਐਸੇ ਵੀ ਇਨਸਾਨ ਨੇ ਸੰਸਾਰ ਦੇ ਵਿੱਚ। ਪਰ ਮਾਫ ਕਰਨਾ, ਸਭ ਤੋਂ ਵੱਡੇ ਪਾਪੀ ਕਿਹੜੇ ਨੇ? ਜਿਹੜੇ ਕੇਵਲ ਮਾਂ-ਪਿਓ ਦਾ ਨਾਂ ਬਦਨਾਮ ਨਹੀਂ ਕਰਦੇ, ਕੇਵਲ ਆਪਣੇ ਇਲਾਕੇ ਦਾ, ਕੇਵਲ ਸਮਾਜ ਦਾ ਨਾਂ ਬਦਨਾਮ ਨਹੀਂ ਕਰਦੇ। ਕਈ ਐਸੇ ਲੁੱਚੇ ਨੇ, ਮਾਫ ਕਰਨਾ, ਜਿਹੜੇ ਰੱਬ ਦਾ ਨਾਮ ਹੀ ਬਦਨਾਮ ਕਰ ਰਹੇ ਨੇ। ਕਰਮ ਵੇਖ ਲਓ ਨਰਕਾਂ ਵਾਲੇ, ਤੇ ਨਾਮ ਰੱਖੇ ਨੇ ਆਪਣੇ ਰੱਬ ਵਾਲੇ। ਐਸੇ ਬੰਦੇ ਜਿਹੜੇ ਕਈ ਪ੍ਰਕਾਰ ਦੇ ਨਾਲ ਉਹ, ਜੇ ਹੁਣ ਕਿਸੇ ਦਾ ਨਾਂ ਸਤਨਾਮ ਸਿੰਘ ਹੈ ਤੇ ਜੇ ਉਹ ਪਰਮਾਤਮਾ ਦਾ ਨਾਮ ਨਹੀਂ ਜਪਦਾ, ਸੱਚ ਦੇ ਨਾਮ ਨਾਲ ਨਹੀਂ ਜੁੜਿਆ, ਤੇ ਉਹ ਕਾਹਦਾ ਸਤਨਾਮ ਸਿੰਘ ਹੋਇਆ? ਅਸੀਂ ਨਾਂ ਤਾਂ ਰੱਖ ਰਹੇ ਰੱਬ ਵਾਲੇ, ਪਰ ਉਸ ਪਾਸੇ ਜਦੋਂ ਤੱਕ ਟੁਰੇ ਨਹੀਂ, ਅਸੀਂ ਰੱਬ ਨੂੰ ਵੀ ਬਦਨਾਮ ਕਰ ਰਹੇ ਹਾਂ। ਜੇ ਹੁਣ ਸਿੱਖ ਦਾ ਸਾਡਾ ਬਾਣਾ, ਤੇ ਜੇ ਅਸੀਂ ਸਿੱਖੀ ਨਹੀਂ ਕਮਾਈ, ਕੰਮ ਅਸੀਂ ਉਹ ਕਰ ਰਹੇ ਹਾਂ ਜਿਹੜੇ ਅਣਮਤੀਆਂ ਵਾਲੇ ਨੇ। ਤੇ ਮਾਫ ਕਰਨਾ, ਇਹ ਸਾਡੇ ਗੁਰੂ ਦੀ ਪੱਗ ਨੂੰ ਦਾਗ ਲੱਗਦਾ ਸਾਡੇ ਕਰਮਾਂ ਕਰਕੇ। ਸੋ ਭਾਈ, ਕਰਮ ਉਹ ਕਰਨੇ ਜਿਹਦੇ ਨਾਲ ਮੇਰੇ ਗੁਰੂ ਦਾ ਸਤਿਕਾਰ ਵਧੇ। ਉਹ ਤਾਂ ਸਦਾ ਹੀ ਉੱਚਾ ਹੈ। ਮੇਰਾ ਗੁਰੂ ਉੱਚੀ ਹੂੰ ਉੱਚਾ ਹੈ, ਸੂਚੀ ਹੂੰ ਸੂਚਾ ਹੈ। ਭਲਾ ਉਸ ਤੋਂ ਵੱਡਾ ਕੌਣ ਹੋ ਸਕਦਾ ਹੈ?
पर सिख दे कर्म कैसे होण, ਜਿਹੜੇ गुरु ਦੀ ਵਡਿਆਈ ਨੂੰ ਜਾਣ ਕੇ ਵੀ ਅਣਜਾਣ ਨੇ। सतगुरु कहते ने वो असल दोखी ने, असल वो अंधे ने, जिन्होंने अजे ज्ञान की जिन्हों की अख नहीं खुली। सच्चे पातशाह अगों फरमाउंदे ने, चंदन मोल अणाया कुंगू मांग संदूर, चोआ चंदन बहु घना पाना नाल कपूर, जे धन कंत न पावई सब अडंबर कूड़। इथे सतगुਰਾਂ ने एक इस्त्री का जिक्र करके, जे इस्त्री ने कई प्रकार के श्रृंगार किए ने, बेशकीमती अपने सुगंधियां भी वरतियां ने। मैं इत्थे एक बेनती करा, जदों लफज आउंदा ना संदूर, तो यदा अर्थ नहीं भी सिखां दियां जनानियां ने संदूर लाउणा है, जां पान की गल हुंदी है, सानू पान वर्जत है। ये सतगुਰਾਂ ने उन्हां 16 श्रृंगारां की गल की जो पुरातन समय में वरते जाते सन। सिखां दे लई ये चीज़ां वर्जत ने। किते कोई आखे जी ये तो गुरबाणी च दर्ज है, महाराज ये गल तो समझाना चाहुंदे ने कि भांत भांत दियां सुगंधियां भी वरतियां ने, ते सुहागण इस्त्री चलो दूजे धर्मां दे विच संदूर लाउंदियां ने, वन सवन्ने बेशकीमती बस्तर पहन के धारण करके। ते सतगुर सच्चे पातशाह इसे गल नूं समझाना चाहुंदे ने कि जे वो जीव रूपी इस्त्री 16 श्रृंगार करके बैठी है, पर जे उहदा कंत नहीं आया तो वो श्रृंगार किस काम दे। इत्थे धन श्री गुरु ग्रंथ साहब जी का एक बचन 5वें पातशाह का, धन गुरु ग्रंथ साहब जी का पवित्र अंग 1361, सतगुर सच्चे पातशाह फरमाउंदे ने, समझाउंदे ने, किरपा करते ने, सखी काजल हार तंबोल सबै किछ साजिया, 16 किए श्रृंगार के अंजन पाजिया, जे घर आवे कंत सावड़ भागणे, तिस बनया हब श्रृंगार साई सोहागणे। जे 16 श्रृंगार किए ने वो तां ही लाभदायक ने जे पति परमात्मा घर विच आया है। जे पति परमात्मा घर विच नहीं तो फिर वन सवन्ने बस्तर असी पहनते हाँ, कई प्रकार के परफ्यूम्स डिओड्रेंट्स आदक लगाउने हाँ, असी अपने बस्तर भी मैचिंग करके पाना चाहुंदे हाँ, हज़ारां रुपये असी मैचिंग ते ला दिंदे हाँ, ब्रांडेड कपड़े ब्रांडेड शूज़ पाने हाँ, पर कदे अपने मन नूं गुरबाणी दे नाल मैच करन दा जे यतन नहीं ना कीता ते गुरु की खुशी दे पात्र नहीं बन सकांगे। सो सतगुर सच्चे पातशाह बार बार इसे गल दे उत्ते कि जे उस सोहणे रब की प्राप्ति का यतन करांगे तो ये जिन्ने श्रृंगार ने ये थाएं पै जाणगे, नहीं तो समुचे श्रृंगार व्यर्थ ने। जदों तक प्रभु परमात्मा नूं रिझाउण दा यतन नहीं किया। सो सतगुर सच्चे पातशाह इत्थे बख्शिश करके किरपा करके पे समझाउंदे ने कि बाकी सब जिहड़े श्रृंगार ने गुरु तो बिना ये सब कूड़ ने, सब अडंबर कूड़, ये सब अडंबर मात्र ने, ये विखावे मात्र ने, इन्हां ने दरगाह दे विच तेरे नाल सहाई नहीं होना। सब रस भोगण बाद हैं सब श्रृंगार विकार, जब लग शब्द न भेदिए क्यों सो है गुरद्वार, नानक धन सुहागणी जिन सह नाल प्यार। जे करते नूं हिरदे विच नहीं वसाया, जे करते दी खेड नूं नहीं जान सके, जे करते कियां वडियाइयां नूं धारण नहीं किया, तेरे सारे कीते हुए काम अनजान पुणे विच जीव रूपी इस्त्री दे
ये जितने काम अखीर गुर शब्द तो बिना अधूरे ने। गुर शब्द दी विचार कदे पढ़ो ना बाणी ते सतगुरु फरमाउंदे ने गुर का शब्द रतन है, हीरे जित जड़ाओ। शब्द रतन जित मन लागा ए होआ समाओ। शब्द सेती मन मिलिया सच्चे लाया पाओ। गुर के शब्द तो बिना जीवन की खेड अधूरी है। गुरु के शब्द तो बिना, पिछे भी दास एक बेनती कर रहा सी, तुसी किसी डिपार्टमेंटल स्टोर ते जाओ ना, कोई पदार्थ खरीदना होवे, कोई फूड प्रोडक्ट लेना होवे, ते अजकल हर चीज़ पैकिंग ही आउंदी है। तो सियाणा मनुख की करता है, किसी भी चीज़ नूं फूड प्रोडक्ट नूं लैण तो पहला 3 चीज़ां वेखदा। सब तो पहला वेख्या जाता है रेट, वो शायद ही MRP की है, किते मेरे तो MRP तो वध माया तो नहीं लई जा रही। दूजा फिर वेखदा है वेट, कि जो प्रोडक्ट जिहदा मैं पेमेंट कर रहे हाँ मैनू उन्ना को वेट दिता जा रहा है, वेट घट तो नहीं। 3 चीज़ां वेखदे हो, एक रेट, एक वेट, तो तीजा वेखदे हो डेट। इस प्रोडक्ट की डेट एक्सपायरी तो नहीं हुई, देखते हैं ना आप प्रोडक्ट के उत्ते एक्सपायरी डेट तो नहीं है। जे डेट एक्सपायरी होवे ना, माफ़ करना, तो वो प्रोडक्ट फ्री भी जी मिलता होवे ना, नहीं लोगे, क्योंकि डेट एक्सपायर हो गई है। वो नुकसानदायक है, वो पदार्थ जहर बन जाएगा। पर सत्संगियो, ये जिहड़ा नाम का पदार्थ है ना तो इहदा कोई रेट संसार दे करंसी दे विच तोलिया जा सकता है, ना तोलिया जा सकता है, ना मोलिया जा सकता है। तोल मोल नाप माप तो उत्ते है, हर आप अमुलक है। इहदा की रेट दोगे, इहदा की मुल पाओगे? हर आप अमुलक है, मुल ना पाया जाए। माफ़ करना, इहदी कोई एक्सपायरी डेट भी नहीं। आद सच जुगाद सच है भी सच, नानक होसी भी सच, ये तो सदा स्थिर रहने वाला है। सो परमेश्वर के नाम दे विच हुण इहदा वेट भी कोई नहीं। संसारी शै नूं ते वेट दे विच मनिया जा सकता है ना। वो सोहणे रब की कुदरत ऐसी अथा, ऐसी अपरंपार है, जो कहण ते कथन तो बाहर है। गुरु का शब्द जिहड़ा ना, सतगुर मेरा भारा, ये जिहड़ा पूरा है, समर्थ है। परमात्मा अकथ दयाल बख्शिश का दाता, उस नूं कोई तोल मोल नहीं सकता, कोई गिण मिण नहीं सकता। कोई संसारक डॉलर दे विच, किसी करंसी दे विच उन्होंने मापिया नहीं जा सकता। उस सोहने नाम का जो सतगुरां ने अपने सिख नूं, संसार नूं जे पदार्थ वंडिया ना, ये अमोलक है। इसकी कोई कीमत नहीं, कोई मुल नहीं पा सकता। सो सतगुरु सच्चे पातशाह अपने इस पावन शब्द के 5वें पदे विच, अखीरले पदे विच बचन करके यो गल समझाउंदे ने कि इस संसार दे विच जिन्ने भी ये रंग रस भोगण ने ना, ये नाम तो बिना सारे अधूरे ने। नाम की बरकत दे नाल जीवन विच खेड वापरेगी, जिस दे लई असी इस संसार दे विच जिउण आए हैं। वो बरकत नाम दे नाल प्राप्त होएगी। सतगुरु सच्चे पातशाह कृपा करके समझाउंदे ने, जे धन कंत न भावई, जे परमात्मा नूं नहीं भाउंदा, जे पति परमेश्वर नूं नहीं भाउंदा, ते वो जीवन भी कूड़ है। वो खेड असल दे विच किसे काम दी नहीं, जो परमात्मा नूं नहीं भाउंदी। सो हर समय, हर कदम, एक एक कदम गुरु की भै भावनी विच पुटना, यह है नेत्रां दा शिंगार, जीवन का शिंगार। जिस शिंगार दे लई अज सतगुरु सच्चे पातशाह सिख ने कैसा शिंगार करना, ये 3 भैणे वेश कर, जिवें पहला बेनती की, ये वेश जीवन विच मिठ बोलना सुभाव, उस सोहणे रब दे हुक्म विच जीवना, उस सोहणे रब दी खेड नूं सदा करके सत बचन वाला जीवन जीवन दी इस खेड नूं जीवन विच धारण करना। हर एक मनुख दे विचों उस सोहणे रब दे दीदार, हर एक धर्म का सत्कार। धर्म कोई माड़ा नहीं। सतगुरां ने सानू जेड़े मार्ग ते तोरिया सी ना, हम नहीं चंगे, बुरा नहीं कोई। असी गुरु तो बेमुख कदों होने आ,
ਜਦੋਂ ਅਸੀਂ ਕਹਿੰਦੇ ਵੀ ਅਸੀਂ ਚੰਗੇ ਆ, ਸਾਡੇ ਤੋਂ ਸਾਨੂੰ ਛੱਡ ਬਾਕੀ ਦੂਜੇ ਸਾਰੇ ਮਾੜੇ ਨੇ, ਬਾਬਾ ਜੀ ਨੇ ਉਹ ਜਿਹਾ ਮਾਰਗ ਤੇ ਸਾਨੂੰ ਨਹੀਂ ਸੀ ਤੋਰਿਆ। ਸੋ ਭਾਈ ਗੁਰਮਤਿ ਦੇ ਆਸ਼ੇ ਅਨੁਸਾਰ ਗੁਰਮਤਿ ਨੂੰ ਦ੍ਰਿੜ ਕਰਦਿਆਂ ਜੀਵਨ ਦੇ ਵਿੱਚ ਸੱਚ ਨਾਮ ਦੀ ਜੋਤ ਨੂੰ ਪ੍ਰਗਟ ਕਰਦਿਆਂ ਇਸ ਸੰਸਾਰ ਦੇ ਵਿੱਚ ਜਿਉਣਾ ਕਰੀਏ, ਤਾਂ ਜੇ ਇਹ ਸੰਸਾਰ ਵਿੱਚ ਆਇਆ ਸਫਲ ਹੋ ਸਕੇ, ਇਸ ਮਨੋਰਥ ਨੂੰ ਜਾਣ ਸਕੀਏ। ਇਹ ਜੋ ਮਨੋਰਥ ਹੈ ਨਾਮ ਜਪਣ ਲਈ ਇਹ ਦੇਹ ਪ੍ਰਾਪਤ ਹੋਈ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਵਿਚਾਰਾਂ ਦੀ ਸਮਾਪਤੀ। ਇਹ ਪੰਕਤੀ ਪੜ੍ਹ ਕੇ ਇੱਕ ਵਾਰੀ ਫਤਿਹ ਬੁਲਾਉਂਦੇ ਆ। ਬਹੁਤ ਸ਼ੁਕਰਗੁਜ਼ਾਰ ਹਾਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ, ਜਿਨ੍ਹਾਂ ਨੇ ਤਰਸ ਕੀਤਾ, ਆਪਣੇ ਚਰਨਾਂ ਵਿੱਚ ਕੁਝ ਸਮਾਂ ਥਾਂ ਬਖਸ਼ ਕੇ ਕਿਰਤਾਰਥ ਕੀਤਾ। ਬਹੁਤ ਸ਼ੁਕਰਗੁਜ਼ਾਰ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਮੈਂਬਰਾਨ, ਅਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ, ਇਸ ਅਸਥਾਨ ਦੇ ਸਮੁੱਚਾ ਸਟਾਫ, ਸਾਰਿਆਂ ਦੇ ਪ੍ਰੇਮ ਵਾਲਿਆਂ ਦੇ, ਸੰਗਤਾਂ ਦੇ, ਗੁਰਸਿੱਖਾਂ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਮਾਰਗ 'ਤੇ ਤੁਰਨ ਦੀ ਪ੍ਰੇਰਨਾ ਦਿੱਤੀ ਹੈ। ਇਸੇ ਤਰ੍ਹਾਂ ਸਤਿਗੁਰੂ ਆਪਣਾ ਮੁਬਾਰਕ ਹਸਤ ਕਮਲ ਸੀਸ 'ਤੇ ਰੱਖ ਕੇ ਇਸ ਮਾਰਗ 'ਤੇ ਤੋਰਦੇ ਰਹਿਣ, ਐਸੀ ਬਖਸ਼ਿਸ਼ ਕਰਨ। ਆਓ ਜੀ ਇਹ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ। ਸਭ ਰਸ ਭੋਗਣ ਬਾਦ ਹੈ, ਸਭ ਸਿੰਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀਐ, ਕਿਉਂ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ, ਜਿਨ ਸਹਿ ਨਾਲ ਪਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।